ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਸਿੱਖ ਚੈਨਲ ਦੇ ਸਰੋਤੇ ਸਿੱਖ ਚੈਨਲ ਦੇਖ ਰਹੇ ਹਨ, ਗੁਰੂ ਸਾਹਿਬ ਅਰਦਾਸ ਕਰਨ ਸੱਚੇ ਪਾਤਸ਼ਾਹ ਮਹਾਰਾਜ ਧੰਨ ਧੰਨ ਸਾਹਿਬ ਪਾਤਸ਼ਾਹ ਮਹਾਰਾਜ ਸਮੁੱਚੀ ਲਕਾਈ ਦਾ ਭਲਾ ਕਰਿਓ, ਸਮੁੱਚੇ ਸਰੋਤਿਆਂ ਚੜ੍ਹਦੀ ਕਲਾ ਦਾਤ ਬਖਸ਼ੋ, ਬਾਣੀ ਤੇ ਬਾਣੀ ਦਾਤ ਬਖਸ਼ ਕਰੋ। ਇਸ ਅੰਮ੍ਰਿਤ ਵੇਲਾ ਸ਼ੋ ਏਕ ਪਿਤਾ ਏਕ ਸਕੇ ਹਮ ਬਾਗ ਤੂੰ ਮੇਰਾ ਗੁਰਹਾਈ। ਸਤਿਗੁਰਾਂ ਤਰਸ ਕੀਤੀ, ਦਇਆ ਕੀਤੀ, ਪਾਤਸ਼ਾਹ ਮਹਾਰਾਜ ਨੇ ਤਰਸ ਕੀਤਾ। ਇਸ ਅੰਮ੍ਰਿਤ ਵੇਲੇ ਸ਼ੋਅ ਵਿੱਚ ਸੰਗਤਾਂ ਦੇ ਰੂਬਰੂ ਹੋਏ ਆ। ਬੜਾ ਪਿਆਰਾ ਦਿਨ ਹੈ, ਬਹੁਤ ਵਧੀਆ ਦਿਨ ਹੈ ਔਰ ਬਹੁਤ ਵਧੀਆ ਵਕਤ ਹੈ। ਜਦ ਸਤਿਗੁਰ ਕਹਿੰਦੇ ਜਿਸ ਤੂੰ ਆਵੇ ਚਿੱਤ ਤਿਸ ਨੂੰ ਸਦਾ ਸੁਖ, ਜਿਸ ਵਾ ਚਿੱਤ ਤਿਸ ਜਮ ਨਾ ਹੀ ਦੁੱਖ, ਜਿਸ ਵਾ ਚਿੱਤ ਸਕਾ ਕਾੜਿਆ, ਜਿਸ ਦਾ ਕਰਤਾ ਮਿੱਤਰ ਸਭ ਕਾ ਸਵਾਰਿਆ। ਜਿਸ ਤੂੰ ਆਵੇ ਚਿੱਤ ਸੋ ਪ੍ਰਵਾਨ ਜਨ, ਜਿਸ ਤੂੰ ਆਵੇ ਚਿੱਤ ਬਹੁਤਾ ਤਿਸ ਧਨ, ਜਿਸ ਤੂੰ ਆ ਚਿੱਤ ਸੋ ਵੱਡ ਪਰਵਾਰਿਆ, ਜਿਸ ਤੂੰ ਆ ਚਿੱਤ ਤਿੰਨ ਕੁਲ ਉਧਾਰਿਆ। ਸਭ ਕੋ ਤੇਰੇ ਵਾਸ ਗਮ ਗੋਚਰਾ, ਤੂੰ ਭਗਤਾਂ ਕੇ ਵਾਸ ਭਗਤਾਂ ਤਾਂ ਤੇਰਾ ਸਤਿਗੁਰ ਕਿਰਪਾ ਕਰੇ। ਇਸ ਅੰਮ੍ਰਿਤ ਵੇਲੇ ਸ਼ੋਅ ਵਿੱਚ ਆਪਾਂ ਉਸ ਪਰਮੇਸ਼ਰ ਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਕਿਰਪਾ ਸਦਕਾ, ਜੋ ਗੁਰਬਾਣੀ ਤੇ ਆਧਾਰ ਤੇ ਗੱਲ ਕੀਤੀ ਜਾਂਦੀ ਜਾਂ ਗੁਰ ਇਤਿਹਾਸ ਨੂੰ ਵਾਚਿਆ ਜਾਂਦਾ ਹੈ, ਜਿੰਨੀ ਕਿ ਸਤਿਗੁਰਾਂ ਨੇ ਮੱਤ ਬੁੱਧ ਬਖਸ਼ਿਸ਼ ਕੀਤੀ ਹੈ। ਔਰ ਸੰਗਤ ਜੀ, ਮੈਂ ਦੱਸਦਾ ਜਾਵਾਂ ਕਿ ਅੱਜ ਬਹੁਤ ਵਧੀਆ ਐਤਵਾਰ ਵਾਲਾ ਦਿਨ ਹੈ, ਜਿਹੜਾ 17 ਤਰੀਕ ਆ ਰਹੀ ਹੈ। ਸੰਕਰਾਂਤ ਦਾ ਦਿਨ ਆ ਰਿਹਾ, ਭੱਦ ਭਨ ਭਲਾਣੀਆਂ ਦੂਜਾ ਲੱਗਾ ਹੇਤ। ਉਹ ਵੀ ਦਿਨ ਆ, ਆਪਾਂ ਸਭ ਨੇ ਰਲ ਮਿਲ ਕੇ ਗੁਰੂ ਸਾਹਿਬ ਅਰਦਾਸ ਕਰਨ ਸੱਚੇ ਪਾਤਸ਼ਾਹ ਮਹਾਰਾਜ, ਸਾਵਣ ਦਾ ਮਹੀਨਾ ਆਪ ਜੀ ਨੇ ਸੁੱਖਾਂ ਪਰਿਚਿਤ ਕੀਤਾ। ਭਾਦੂ ਦਾ ਸਭ ਆਰੰਭ ਕਰਨ ਲੱਗੇ ਹੋ, ਚੜ੍ਹਦੀ ਕਲਾ ਦਾਤ ਬਖਸ਼ ਕਰਿਓ, ਆਪਣੇ ਧਨ ਪਰਪੱਕ ਕਰਿਓ, ਬਾਣੇ ਤੇ ਬਾਣੀ ਦਾਤ ਬਖਸ਼ ਕਰਿਓ। ਸੰਗਤ ਜੀ, ਆਪਾਂ ਗੱਲਬਾਤ ਕਰਾਂਗੇ ਜਿਹੜਾ ਦਿਨ ਕੱਲ ਲੰਘ ਕੇ ਗਿਆ, 12 ਤਰੀਕ 13 ਤਰੀਕ 12 ਤਰੀਕ, ਜਿਹੜਾ 12 ਤਰੀਕ ਦਿਨ ਲੰਘ ਕੇ ਗਿਆ, ਉਹ ਦਿਨ ਬਾਬੇ ਬਕਾਲੇ ਦਾ, ਜਿਹਨੂੰ ਬਾਬੇ ਬਕਾਲੇ ਆਪਾਂ ਕਹਿ ਦਿੰਦੇ ਆ ਕਿ ਗੁਰੂ ਲਾਧੂਰੇ ਦਿਵਸ। ਔਰ ਸਾਡਾ ਜਿਨ੍ਹਾਂ ਨੂੰ ਜੋੜਿਆ ਗਿਆ ਮਤਿਆਤ ਇਸ ਨੂੰ ਕਹਿੰਦੇ ਵੀ ਰੱਖੜ ਪੁੰਨਿਆ। ਸੰਗਤ ਜੀ, ਮੈਂ ਦੱਸਦਾ ਜਾਵਾਂ ਕਿ ਸਾਡਾ ਰੱਖੜ ਪੁੰਨਿਆ ਦੇ ਨਾਲ ਕੋਈ ਵੀ ਸੰਬੰਧ ਨਹੀਂ। ਅਸੀਂ ਸਿੱਖ ਹਾਂ, ਕਿਸੇ ਵੀ ਆਪਣੀ ਹਿਸਟਰੀ ਵਿੱਚ ਪੜ੍ਹ ਲਿਆ, ਕੋਈ ਇਤਿਹਾਸ ਪੜ੍ਹਿਆ ਜਾਵੇ, ਬਿਲਕੁਲ ਸਿੱਖਾਂ ਨੂੰ ਰੱਖੜ ਪੁੰਨਿਆ ਦਾ ਕੋਈ ਵੀ ਇਤਿਹਾਸ ਦਾ ਕੋਈ ਸੰਬੰਧ ਨਹੀਂ, ਪਰ ਜੋੜਿਆ ਗਿਆ ਹੈ ਬਾਬੇ ਬਕਾਲੇ ਦੇ ਨਾਲ। ਬਾਬੇ ਬਕਾਲੇ ਕੀ ਹੋਇਆ ਸੀ? ਕਿਤੇ ਬਾਬੇ ਬਕਾਲੇ ਰੱਖੜੀਆਂ ਬੰਨੀਆਂ ਗਈਆਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੂੰ, ਜਿਹਨੇ ਲੰਮਾ ਸਮਾਂ, ਬਹੁਤ ਲੰਮਾ ਸਮਾਂ ਗੁਰੂ ਸਾਹਿਬ ਦੀ ਅਕਾਲ ਪੁਰਖ ਦੀ ਕਿਰਪਾ ਸਦਕਾ, ਹਰਗੋਬਿੰਦ ਪਾਤਸ਼ਾਹ ਦਾਤੇ ਦੀ ਕਿਰਪਾ ਸਦਕਾ ਬਹੁਤ ਲੰਮਾ ਸਮਾਂ ਬੀਬੀ ਨਾਨਕੀ ਸਮੇਤ ਬਹੁਤ ਜ਼ਿਆਦਾ ਤਪ ਕੀਤਾ, ਬੰਦਗੀ ਕੀਤੀ। ਔਰ ਉਸ ਦਿਨ ਜਿਹੜਾ ਬਾਬੇ ਬਕਾਲੇ ਦਾ ਜੋੜ ਮੇਲਾ ਹੈ, ਬਾਬਾ ਮੱਖਣ ਸ਼ਾਹ ਲਬਾਣਾ, ਮੈਂ ਕਹਿੰਦਾ ਇਹੋ ਜਿਹਾ ਸਿੱਖ ਹੋਣ, ਇਹੋ ਜਿਹਾ ਸਿੱਖ ਹੋ ਜਿਹਦੀ ਘਾਟਾ ਕਰ, ਜਿਨ੍ਹਾਂ ਨੇ ਬਾਹੀਆਂ ਚੋਂ ਲੱਭਿਆ, ਬਾਹੀਆਂ ਚੋਂ ਲੱਭ ਕੇ ਕਿਹਾ ਨਹੀਂ ਗੁਰੂ ਆ ਸੱਚਾ ਗੁਰੂ ਹੈ। ਭੇਟਾ ਸਾਰਿਆਂ ਦਿੱਤੀ, ਸਾਰਿਆਂ ਨੇ ਬੜੀਆਂ ਸੀਸਾਂ ਦਿੱਤੀਆਂ, ਤੇਰੇ ਪੁੱਤਰ ਜੀਣ, ਤੇਰੀ ਉਮਰ ਲੰਮੀ ਹੋਵੇ, ਤੈਨੂੰ ਖੁਸ਼ ਹੋਵੇ, ਆ ਚੜ੍ਹਦੀ ਕਲਾ ਹੋ ਕਰੇ। ਪਰ ਬਾਬਾ ਮੱਖਣ ਸ਼ਾਹ ਲਬਾਣਾ ਪਛਾਣ ਗਿਆ ਸੀ, ਪਰਮੇਸ਼ਰ ਸੱਚੇ ਪਾਤਸ਼ਾਹ ਨੇ ਉਹ ਇਹ ਨਹੀਂ ਗੱਲ ਕਹਿੰਦੀ ਕਿ ਉਮਰ ਲੰਮੀ ਹੋਵੇ। ਉਹਨਾਂ ਨੇ ਤੇ ਆਪਣੀ ਗੱਲ ਵੱਖਰੀ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਸਬਦ ਸਬਿੰਦ ਸਵਾਮੀ ਸਨ। ਉਹਨਾਂ ਨੇ ਆਪਣੇ ਗੋਦ ਵਿੱਚ ਲੈਣਾ ਸੀ। ਆਪਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਬਾਬੇ ਬਕਾਲੇ ਧਰਤੀ ਤੋਂ ਲੱਭਿਆ। ਗੁਰੂ ਲਾਧੂਰੇ ਜਿਹੜਾ ਜੋੜ ਮੇਲਾ ਲੰਘ ਕੇ ਗਿਆ 12 ਤਰੀਕ। ਮੇਰੇ ਨਾਲ ਅਤੀ ਸਤਿਕਾਰਯੋਗ ਜੀ, ਅੱਜ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ। ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਯਾਦ ਕਰਾਂਗੇ, ਉਹਦੇ ਨਾਲ ਬਾਬਾ ਮੱਖਣ ਸ਼ਾਹ ਲਬਾਣੇ ਨੂੰ ਵੀ ਯਾਦ ਕਰਾਂਗੇ। ਧੰਨ ਕਹਿਣਾ ਪਏਗਾ ਬਾਬਾ ਮੱਖਣ ਸ਼ਾਹ, ਉਹਨਾਂ ਨੂੰ ਵੀ ਧੰਨ ਕਹਿਣਾ ਪਏਗਾ, ਤੇ ਧੰਨ ਲੱਖੀ ਸ਼ਾਹ ਮਨਜਾਰੇ ਨੂੰ ਵੀ ਕਹਿਣਾ ਪਏਗਾ। ਐਸੀ ਖੇਡ ਸਤਿਗੁਰਾਂ ਰਚਾਈ, ਬਾਅਦ ਚ ਅੱਗੇ ਜਾ ਗੱਲਬਾਤ ਕਰਨੇ ਆ। ਅੱਜ ਅਸੀਂ ਗੱਲਬਾਤ ਕਰਨਾ ਹੈ ਮੇਰੇ ਸਤਿਕਾਰਯੋਗ ਗਿਆਨੀ ਗੁਰਵਿੰਦਰ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲੇ, ਅਤੇ ਉਹਨਾਂ ਦੇ ਨਾਲ ਮੇਰੇ ਸਤਿਕਾਰਯੋਗ ਭਾਈ ਭੁਪਿੰਦਰ ਸਿੰਘ ਜੀ ਖਾਲਸਾ ਮਹਿਮਦਪੁਰ ਵਾਲੇ। ਦੋਨਾਂ ਵੀਰਾਂ ਨੂੰ ਫਤਿਹ ਬੁਲਾਉਂਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਬੜੀ ਮਾਣ ਵਾਲੀ ਗੱਲ ਹੈ ਕਿ ਮੈਨੂੰ ਬੜਾ ਫਖਰ ਮਹਿਸੂਸ ਹੁੰਦਾ ਜਦੋਂ ਵੀਰਾਂ ਦੇ ਨਾਲ ਗੁਰਸਿੱਖਾਂ ਦੀ ਸੰਗਤ ਮਿਲਦੀ। ਅੱਜ ਵੀਰ ਢਿੱਲੇ ਸੀ, ਵੈਸੇ ਗਰਮੀ ਬਹੁਤ ਜ਼ਿਆਦੀ, ਤੇ ਮੇਰੇ ਵੀ ਸਤਿਕਾਰਯੋਗ ਭਾਈ ਗੋਬਿੰਦ ਸਿੰਘ ਬੱਚਿਆਂ ਦੀ ਕਲਾਸ ਵੀ ਲਾਣੀ, ਤਕਰੀਬਨ 100 ਬੱਚਾ ਆਪਣੇ ਪਿੰਡ ਦਾ ਇਕੱਠਾ ਕਰਕੇ ਇਹਨੂੰ ਗੁਰਬਾਣੀ ਸਿਖਾ ਰਹੇ ਸ਼ਾਬਾਸ਼। ਔਰ ਜਿਨ੍ਹਾਂ ਦਾ 28 ਅਗਸਤ ਨੂੰ ਪਹਿਲਾ ਪ੍ਰਕਾਸ਼ ਦਿਹਾੜਾ ਆ ਰਿਹਾ, ਉਹ ਸਾਰੇ ਬੱਚਿਆਂ ਤੋਂ ਕੰਪੀਟੀਸ਼ਨ ਗੁਰਬਾਣੀ ਦਾ ਕਰਵਾ ਰਿਹਾ ਸ਼ਾਬਾਸ਼, ਉਦਮ ਪ੍ਰਾਲੇ। ਤੇ ਇਹ ਭਾਈ ਗੁਰਦਾਸ ਜੀ ਨੇ ਇਹਨਾਂ ਗੁਰਮੁਖਾਂ ਵਾਸਤੇ ਕੀ ਕਿਹਾ, ਜਿਹੜੇ ਕੰਮ ਕਰਦੇ ਨੇ ਗੁਰਬਾਣੀ ਨਾਲ ਜੁੜ, ਗ੍ਰੰਥ ਸਾਹਿਬ ਨਾਲ ਜੋੜਦੇ ਨੇ। ਸਭ ਭਾਈ ਗੁਰਦਾਸ ਜੀ ਕੀ ਕਹਿੰਦੇ ਨੇ?
ਮੈਂ ਕਹਿੰਦਾ ਗੁਰਮਤ ਮਾਰਤੰਡ ਭਾਈ ਗੁਰਦਾਸ ਜੀ ਸਭ ਤੋਂ ਮਹਾਨ ਕਥਾਵਾਚਕ, ਉਹਨਾਂ ਦੇ ਵਰਗਾ ਕਥਾਵਾਚਕ ਨਹੀਂ ਹੋ ਸਕਦਾ। ਕਹਿੰਦੇ ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਸਿੱਖ ਕੋ ਇੱਕ ਸ਼ਬਦ ਸਿਖਾਏ। ਕਹਿੰਦੇ ਸੱਤ ਮੰਦਰ ਕੰਚਨ ਦੇ ਸੋਨੇ ਦੇ ਬਣਾ ਕੇ ਆਪਾਂ ਦਾਨ ਕਰ ਦਈਏ ਤੇ ਇੱਕ ਸ਼ਬਦ ਸਿਖਾ ਦਈਏ, ਫਿਰ ਵੀ ਸ਼ਬਦ ਭਾਰਾ ਹੈ, ਫਿਰ ਵੀ ਸ਼ਬਦ ਭਾਰਾ। ਗੱਲ ਆ ਗਈ ਮੈਨੂੰ ਯਾਦ ਭਾਈ ਗੁਰਦਾਸ ਦੀ ਬਾਤ ਦੇ ਵਿੱਚੋਂ, ਭਗਤ ਵੱਡਾ ਰਾਜਾ ਜਨਕ ਹੈ। ਜਨਕ ਰਾਜ ਜਦੋਂ ਚੱਲਿਆ ਨਾ, ਤੁਹਾਨੂੰ ਪਤਾ ਜੋ ਐਸੋ ਚਾਲੀ ਸਭ ਕੋਇਆ ਹੀ ਵਾਰੀ ਹੈ। ਜਨਕ ਰਾਜਾ ਨੂੰ ਰਾਜੇ ਦੀ ਮੌਤ ਹੋਈ ਤੇ ਗਿਆ ਜੰਪੁਰ ਜਾ ਕੇ ਬੜੀ ਕਰਲਾਟ ਦੀ ਰੋਣ ਧੋਣ ਦੀ ਬੜੀਆਂ ਜੀ ਚੀਕਾਂ ਪੈਤ ਆਵਾਜ਼ ਆਵੇ ਤੇ ਧਰਮਰਾਜ ਨੂੰ ਕਹਿੰਦੇ ਇਹ ਕੀ ਕਰਦੇ ਪਿਆ ਤੁਸੀਂ ਬਈ, ਇਹ ਕਰਦੇ ਕੀ ਪਿਆ, ਇਹ ਗੱਲ ਤੇ ਤੁਸੀਂ ਨਾ ਛੱਡ ਦਿਓ। ਧਰਮਰਾਜ ਕਹਿੰਦਾ ਵੀ ਮੈਂ ਕੁਛ ਨਹੀਂ ਕਰ ਸਕਦਾ, ਮੈਂ ਤਾਂ ਹੁਕਮ ਦਾ ਬੱਝਾ ਪਰਮੇਸ਼ਰ ਦਾ, ਇਹ ਤੁਸੀਂ ਕਰ ਸਕਦੇ ਹੋ, ਕੀ ਕਰੋਗੇ? ਫਿਰ ਉਹਨਾਂ ਨੇ ਕੀ ਕੀਤਾ, ਮੈਂ ਤੁਹਾਨੂੰ ਵਾਰਸ ਨਾਲ ਸੁਣ ਕੇ ਪੜ੍ਹ ਕੇ ਸੁਣਾਉਣਾ ਕੀ ਹੋਇਆ ਕੀ ਸੀ। ਭਗਤ ਵੱਡਾ ਰਾਜਾ ਜਨਕ ਗੁਰਮੁਖ ਮਾਇਆ ਵਿੱਚ ਉਦਾਸੀ, ਦੇਵਲੋਕ ਨੂੰ ਚੱਲਿਆ ਗਣ ਗੰਧਰਵ ਸਭਾ ਸੁਖਵਾਸੀ, ਜੰਪੁਰ ਗਿਆ ਪਕਾਰ ਸੁਣ ਵਿਲਾਵਣ ਜੀ ਨਰਕ ਨਿਵਾਸੀ, ਵਿਲਾਵਣ ਜੀ ਨਰਕ ਨਿਵਾਸੀ, ਜੰਪੁਰ ਗਿਆ ਪਕਾਰ ਸੁਣ ਵਿਲਾਵਣ ਜੀ ਨਰਕ ਨਿਵਾਸੀ। ਧਰਮਰਾਜ ਨੂੰ ਆਖਰ ਸਭਨਾ ਦੀ ਕਰ ਬੰਦ ਖਲਾਸੀ, ਕਰੇ ਬੇਨਤੀ ਧਰਮਰਾਜ ਹੋ ਠਾਕੁਰ ਹੋ ਸੇਵਕ ਠਾਕੁਰ ਬਲਾਸੀ। ਫਿਰ ਕੀ ਹੋਇਆ, ਕਹਿੰਦੇ ਧਰਮਰਾਜ ਕਹਿੰਦਾ ਗਹਿਣੇ ਧਰਨ ਏਕ ਨਾਮ ਪਾਪਾ ਨਾਲ ਕਰੇ ਨਿਕਾਸੀ। ਗਹਿਣੇ ਧਰਨ ਅੱਜ ਤਾਂ ਇੱਕ ਓਂਕਾਰ ਹੀ ਪਾਇਆ, ਥੋੜਾ ਜਿਹਾ ਇੱਕੋ ਸ਼ਬਦ ਪਰ ਇੱਕੋ ਲਿਖਿਆ, ਉਹ ਵੀ ਸ਼ਬਦ ਭਾਰਾ ਪੈ ਗਿਆ ਤੇ ਸਾਰੇ ਜਿੰਨੇ ਸੀ ਨਾ ਨਰਕੂ ਛੁੱਟੇ ਜੀ ਜੰਦ, ਕੱਟੀ ਗਊ ਸਿਲਕ ਜੰਮ ਫਾਸੀ। ਮੈਂ ਕਹਿੰਦਾ ਜਿੰਨੀ ਸੀ ਜੰਮਾਂ ਦੀ ਫਾਸੀ ਸਾਰੇ ਦੀ ਕੱਟੀ ਗਈ। ਇਹ ਸ਼ਬਦ ਜਿਹੜੇ ਮੇਰੇ ਵੀ ਸਤਿਕਾਰਯੋਗ ਭਾਈ ਗੁਰਵਿੰਦਰ ਸਿੰਘ ਨਾਲ ਸਿਖਾਉਂਦੇ ਪੈਣਾ ਬੱਚਿਆਂ ਨੂੰ, ਮੈਂ ਕਹਿੰਦਾ ਸਿਰ ਝੁਕਦਾ ਇਹਨਾਂ ਨੂੰ, ਸਤਿਗੁਰ ਕਿਰਪਾ ਕਰੇ। ਇਹੋ ਜਿਹਾ ਕੰਮ ਮੈਂ ਸੰਗਤਾਂ ਨੂੰ ਬੇਨਤੀ ਕਰਾਂਗਾ, ਹਰ ਕੋਈ ਆਪਣੇ ਸਾਡੇ ਵਿੱਚ ਸਮਰੱਥਾ ਹੈਗੀ ਏ, ਅਸੀਂ ਬਾਹਰ ਬੈਠੇ ਆ, ਹਰ ਕੋਈ ਵੀਰ ਨੂੰ ਬੇਨਤੀ ਕਰਿਆ। ਦੱਸ ਰਿਹਾ ਨੂੰ ਵੀ ਅਕੈਡਮੀ ਖੋਲੀ, ਆਪ ਗੁਰੂ ਸਾਹਿਬ ਦੀ ਕਿਰਪਾ ਸਦਕਾ ਸੰਗਤਾਂ ਦੇ ਸਹਿਯੋਗ ਦੇ ਨਾਲ ਪਹਿਲਾਂ ਹਾਲ ਬਣਾਇਆ, ਹੋਰ ਕੀਰਤਨ ਵੀ ਸਿਖਾਇਆ ਜਾਂਦਾ। ਮੇਰੇ ਸਤਿਕਾਰਯੋਗ ਭਾਈ ਭੁਪਿੰਦਰ ਸਿੰਘ ਜੀ ਇੱਕ ਹੋਰ ਟੀਚਰ ਜੋ ਸੰਥਿਆ ਦਿੰਦੇ ਨੇ ਬੱਚਿਆਂ ਨੂੰ, ਗੁਰਤਿਹਾਸ ਦੀ ਨਾਲ ਗੁਰਤਿਹਾਸ ਸਿਖਾਉਂਦੇ ਨੇ। ਇਹ ਹਰ ਇੱਕ ਸਿੱਖ ਦੀ ਡਿਊਟੀ ਹੈ, ਮੈਂ ਕੋਈ ਸਹਾਨ ਨਹੀਂ ਕੀਤਾ, ਮੇਰਾ ਫਰਜ਼ ਬਣਦਾ ਸੀ ਗੁਰੂ ਨਾਨਕ ਸਾਹਿਬ ਦੇ ਸਿੱਖ ਹੋਣ ਦੇ ਨਾਤੇ। ਆਪਾਂ ਸੰਗਤ ਜੀ ਹੁਣ ਗੱਲਬਾਤ ਕਰਨੇ ਆ ਕਿ ਜਿਹੜਾ ਦਿਨ ਲੰਘ ਕੇ ਗਿਆ 12 ਤਰੀਕ ਦਾ ਰੱਖੜੀਆਂ ਵਾਲਾ, ਕਿ ਰੱਖੜੀ ਨਾਲ ਸਾਡਾ ਕੋਈ ਸੰਬੰਧ ਹੈ? ਬਿਲਕੁਲ ਨਹੀਂ। ਕਈ ਭੁੱਲੜ ਸਿੱਖ ਮੇਰੇ ਵਰਗੇ ਜਿਨ੍ਹਾਂ ਨੂੰ ਸੋਝੀ ਨਹੀਂ ਗਿਆਨ ਦੀ, ਕਰਮਕਾਂਡ ਤੋਂ ਤੋੜਨਾ ਬਹੁਤ ਔਖਾ, ਦੁਨੀਆ ਨੂੰ ਬਹੁਤ ਔਖਾ। ਇਹ ਗੁਰੂ ਦੀ ਕਿਰਪਾ, ਗੁਰੂ ਸ਼ਬਦ ਆਪ ਹੀ ਆਪਣਾ ਵਰਤਾਰਾ ਕਰੇ ਤੇ ਗੱਲ ਬਣਦੀ ਹੈ। ਗੁਰੂ ਗ੍ਰੰਥ ਸਾਹਿਬ ਦੇ ਨਾਲ ਜਿਹੜੀਆਂ ਪਾਲਕੀ ਹੁੰਦੀ ਨਾ, ਜਿਹੜਾ ਜੰਗਲਾ ਹੁੰਦਾ ਉਹਦੇ ਨਾਲ ਵੀ ਧਾਗੇ ਜਾ ਕੇ ਬੰਨਿਆ। ਐਸੀ ਮਨਮਤ, ਬਹੁਤ ਮਨਮਤ, ਐਸੀ ਮਨਮਤ ਨਾ ਕਰੀਏ। ਆਪ ਤੁਸੀਂ ਕਰੀ ਜਾ, ਪਰ ਗੁਰਦੁਆਰੇ ਜਾ ਕੇ ਬੇਨਤੀ ਨਾ ਕਰੋ। ਹੋਇਆ ਕਿਸੇ ਬਾਬੇ ਬਕਾਲੇ, ਮੇਰੇ ਨਾਲ ਵੀ ਗੱਲ ਹੋਈ, ਮੈਂ ਇੱਕ ਸਿੰਘ ਨੂੰ ਕਿਹਾ ਤੁਸੀਂ ਇਹ ਕੰਮ ਹੈ ਨਹੀਂ, ਕਹਿੰਦੇ ਬਾਬੇ ਬਕਾਲੇ ਅੱਜ ਕੀ ਹੁੰਦਾ ਪਿਆ। ਮੈਂ ਕਿਹਾ ਵਾਹ ਵਾਹ ਤੇਰੇ, ਵਾਹ ਵਾਹ ਤੇਰੇ। ਚਲੋ ਉਹਨੂੰ ਜਿੰਨਾ ਪਤਾ ਸੀ ਦੱਸ ਦਿੱਤਾ, ਪਰ ਬਾਬੇ ਬਕਾਲੇ ਗੁਰੂ ਲਾਧੋਰੇ ਬਾਬਾ ਮੱਖਣ ਸ਼ਾਹ ਮਾਂ ਨੇ ਪ੍ਰਗਟ ਕੀਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੂੰ, ਔਰ ਸੀਸ ਨਵਾਇਆ, ਔਰ ਆਪਣੀਆਂ ਸੁਖਣਾ ਜਿਹੜੀ ਮਨ ਵਿੱਚ ਭਾਵਨਾ ਸੀ ਉਹ ਪੂਰੀ ਹੋਈ। ਤੇ ਮੈਂ ਜਾ ਕੇ ਮੇਰਾ ਜਹਾਜ਼ ਡੁੱਬਦਾ ਜੇਕਰ ਬੰਨੇ ਲੱਗ ਗਿਆ ਤੇ ਮੈਂ ਗੁਰੂ ਨਾਨਕ ਪਾਤਸ਼ਾਹ ਦੀ 9ਵੀਂ ਜੋਤ ਦੇ ਦਰਸ਼ਨ ਕਰਾਂਗਾ। ਤੇ ਮੈਂ ਗਿਆਨੀ ਗੁਰਵਿੰਦਰ ਸਿੰਘ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਅੱਜ ਦੇ ਸ਼ੋਅ ਵਿੱਚ ਜ਼ਰੂਰ ਇਹ ਸੰਗਤਾਂ ਨੂੰ ਸੁਚੇਤ ਕਰੋ ਕਿ ਆਪਾਂ ਸਿੱਖਾਂ, ਸਿੱਖ ਕੀ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਨਾਲ ਕਿਵੇਂ ਜੁੜਦੇ ਨੇ। ਇਹ ਜ਼ਰੂਰ ਮੇਰੀ ਬੇਨਤੀ ਭਾਈ ਗੁਰਵਿੰਦਰ ਸਿੰਘ ਅੰਮ੍ਰਿਤਸਰ ਸਾਹਿਬ ਵਾਲੇ, ਭਾਈ ਗੁਰਵਿੰਦਰ ਸਿੰਘ। ਹਾਂਜੀ, ਬਹੁਤ ਹੀ ਸਤਿਕਾਰਯੋਗ ਗਿਆਨੀ ਜਸਵਿੰਦਰ ਸਿੰਘ ਜੀ ਔਰ ਗਿਆਨੀ ਭੁਪਿੰਦਰ ਸਿੰਘ ਤੇ ਸਮੂਹ ਸੰਗਤਾਂ ਜੋ ਸਿੱਖ ਚੈਨਲ ਦੇ ਮਾਧਿਅਮ ਦੇ ਰਾਹੀਂ ਇਸ ਸਮੇਂ ਇਸ ਪ੍ਰੋਗਰਾਮ ਦੇ ਨਾਲ ਜੁੜੀਆਂ ਹੋਈਆਂ ਨੇ, ਘਰਾਂ ਦੇ ਵਿੱਚ ਵੀ ਤੇ ਔਰ ਜੋ ਲਾਈਵ ਸੁਣ ਰਹੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਬਾਰੇ ਖਾਲਸਾ ਜੀ। ਗਿਆਨੀ ਜਸਵਿੰਦਰ ਸਿੰਘ ਜੀ ਬਹੁਤ ਲੈ ਕੇ ਆਏ ਹੋ, ਔਰ ਅਸੀਂ ਅੱਜ ਤੱਕ ਕਈ ਭੰਬਲ ਭੁੱਸਿਆਂ 'ਚ ਕੌਮ ਨੂੰ ਪਾਇਆ ਗਿਆ, ਕਹਿ ਸਕਦੇ ਆਪਾਂ ਵੀ, ਜਿਹਦੇ ਵਿੱਚੋਂ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਸਾਡੇ ਅਸਲ ਦੇ ਵਿੱਚ ਦਿਹਾੜੇ ਕਿਹੜੇ ਨੇ ਤੇ ਕੀ ਨੇ, ਕੀ ਉਹਨਾਂ ਦਾ ਮਹੱਤਵ ਹੈ, ਕੀ ਉਹਨਾਂ ਦੀ ਵਡਿਆਈ ਹੈਗੀ ਆ। ਬਹੁਤ ਵਧੀਆ ਵਿਸ਼ਾ ਆਪ ਜੀ ਨੇ ਚੁਣਿਆ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਮਹਾਰਾਜ 30 ਮਾਰਚ 1644 ਈਸਵੀ ਨੂੰ
ਜਦੋਂ ਦਿੱਲੀ ਦੇ ਵਿੱਚ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਪਾਤਸ਼ਾਹ ਮਹਾਰਾਜ ਜੀ ਬਚਨ ਕਰਦੇ ਨੇ, ਜਦੋਂ ਸਿੱਖ ਗੁਰੂ ਪਾਤਸ਼ਾਹ ਮਹਾਰਾਜ ਨੂੰ ਦੋਏ ਹੱਥ ਜੋੜ ਕੇ ਬੇਨਤੀਆਂ ਕਰਦੇ ਕਿ ਮਹਾਰਾਜ ਤੁਸੀਂ ਹੁਣ ਸਰੀਰ ਤਿਆਗਣ ਲੱਗੇ ਹੋ, ਤੇ ਪਰ ਸੰਗਤਾਂ ਦਾ ਕੀ ਬਣੇਗਾ, ਇਹਨਾਂ ਦੀ ਕੌਣ ਬਾਹ ਫੜੇਗਾ, ਇਹਨਾਂ ਨੂੰ ਕੌਣ ਰਾਹ ਦਿਖਾਵੇਗਾ, ਵੀ ਤੁਹਾਡੇ ਆਸਰੇ ਦੇ ਨਾਲ ਸਾਡਾ ਜੀਵਨ ਚੱਲ ਰਿਹਾ, ਤੁਹਾਡੇ ਤੋਂ ਬਾਅਦ ਸਾਡਾ ਕੀ ਹੋਣਾ। ਔਰ ਕਈ ਇਤਿਹਾਸਕਾਰਾਂ ਨੇ, ਗਿਆਨੀ ਜਸਵਿੰਦਰ ਸਿੰਘ, ਗਿਆਨੀ ਭੁਪਿੰਦਰ ਸਿੰਘ ਔਰ ਵਿਦਵਾਨ ਸੰਗਤਾਂ ਵੀ ਬੜੀਆਂ ਵਿਦਵਾਨ ਹੁੰਦੀਆਂ ਜਿਹੜੀਆਂ ਸੁਣਦੀਆਂ ਨੇ, ਉਹਨਾਂ ਲਿਖਿਆ ਹੈਗਾ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਬਾਬਾ ਬਕਾਲਾ ਸਾਹਿਬ ਤੋਂ ਚੱਲ ਕੇ ਵੱਖ-ਵੱਖ ਥਾਵਾਂ ਤੇ ਯਾਤਰਾ ਵੀ ਕਰਕੇ ਆਏ ਸਨ, ਔਰ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਨੂੰ ਬਕਾਇਦਾ ਦਿੱਲੀ ਮਿਲ ਕੇ ਆਏ ਸੀ, ਆਉਣ ਲੱਗਿਆਂ ਫਿਰ ਵਾਪਸੀ ਦੇ ਉੱਤੇ ਵਾਹ, ਬਿਲਕੁਲ ਮਿਲ ਕੇ ਵਾਪਸ ਆਏ ਸੀ ਬਾਬਾ ਬਕਾਲਾ ਸਾਹਿਬ। ਇਹ ਇਤਿਹਾਸ ਇਸ ਗੱਲ ਦੀ ਜਿਹੜੀ ਬੰਸਾਵਲੀ ਨਾਮੇ ਵਾਲੇ ਵੀ ਗਵਾਹੀ ਭਰਦੇ ਨੇ ਕਿ ਗੁਰੂ ਪਾਤਸ਼ਾਹ ਮਹਾਰਾਜ ਗੁਰੂ ਤੇਗ ਬਹਾਦਰ ਜੀ ਨੇ 4 ਸਾਲ ਪ੍ਰਚਾਰ ਕੀਤਾ ਹੈਗਾ, 1661 ਤੋਂ ਲੈ ਕੇ ਤੇ 1664 ਤੱਕ ਪ੍ਰਚਾਰ ਦੇ ਦੌਰੇ ਦੇ ਉੱਤੇ ਰਹੇ ਨੇ। ਔਰ ਬਾਬਾ ਬਕਾਲਾ ਸਾਹਿਬ ਵੀ ਜਦੋਂ ਰਹਿੰਦੇ ਸੀ, ਗੁਰੂ ਪਾਤਸ਼ਾਹ ਮਹਾਰਾਜ ਆਪਣਾ ਸਿਮਰਨ ਤੇ ਕਰਦੇ ਸੀ, ਪਰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦਾ ਉਪਦੇਸ਼ ਸੀ, ਉਹਦੀ ਵੱਡੀ ਵੱਡੀ ਕਮਾਈ ਕਰਦੇ ਸੀ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਔਰ ਇਤਿਹਾਸ ਲਿਖਦਾ ਕਿ ਗੁਰੂ ਪਾਤਸ਼ਾਹ ਮਹਾਰਾਜ ਜੀ ਸਿਮਰਨ ਬੰਦਗੀ ਦੇ ਨਾਲ ਨਾਲ ਆਪਣੀ 10 ਨੌਹਾਂ ਦੀ ਕਿਰਤ ਕਮਾਈ ਦਾ ਪ੍ਰਸ਼ਾਦਾ ਆਪ ਛਕਦੇ ਤੇ ਆਪਣੇ ਪਰਿਵਾਰ ਨੂੰ ਛਕਾਉਂਦੇ ਸੀ। ਹਾਲਾਂਕਿ ਗੁਰੂ ਪੁੱਤਰ ਹੋਣ ਕਰਕੇ ਔਰ ਗੁਰੂ ਜੀ ਦੇ ਬਹੁਤ ਹੀ ਪਿਆਰੇ ਪੁੱਤਰ ਹੋਣ ਕਰਕੇ ਬੜੀ ਵੱਡੀ ਵਡਿਆਈ ਵੀ ਸੀ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ। ਸੰਗਤਾਂ ਭੇਟਾਵਾਂ ਲੈ ਕੇ ਆਉਂਦੀਆਂ ਰਹਿੰਦੀਆਂ ਸੀ ਗੁਰੂ ਪਾਤਸ਼ਾਹ ਮਹਾਰਾਜ ਦੇ ਕੋਲ, ਔਰ ਭੇਟਾਵਾਂ ਜਿਹੜੀਆਂ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਜਦੋਂ ਅਜੇ ਗੁਰੂ ਨਹੀਂ ਸੀ ਬਣੇ, ਬਾਬਾ ਬਕਾਲਾ ਸਾਹਿਬ ਰਹਿ ਰਹੇ ਸੀ, ਪਰ ਭੇਟਾਵਾਂ ਜਿਹੜੀਆਂ ਸੀ ਗੁਰੂ ਪਾਤਸ਼ਾਹ ਮਹਾਰਾਜ ਜੋ ਸੰਗਤਾਂ ਦੇ ਵਿੱਚ ਜਾਂ ਗਰੀਬਾਂ ਤੇ ਲੋੜਵੰਦਾਂ ਦੇ ਵਿੱਚ ਵੰਡ ਦਿੰਦੇ ਸੀ, ਭੇਟਾ ਦੀ ਜਿਹੜੀ ਵਸਤੂ ਸੀ ਉਹ ਆਪਣੇ ਘਰ ਦੇ ਵਿੱਚ ਜਿਹੜੀ ਸੀ ਉਹ ਨਾ ਵਰਤ ਕੇ ਸੰਗਤਾਂ ਨੂੰ ਦਿਆ ਕਰਦੇ ਸੀ। ਗੁਰੂ ਪਾਤਸ਼ਾਹ ਮਹਾਰਾਜ ਦਾ ਸੁਭਾਅ ਇਹੋ ਜਿਹਾ ਸੀ, ਉਹ ਤਿਆਗ ਦੀ ਵਾਕਿਆ ਮੂਰਤ ਸੀ। ਭੇਟਾਵਾਂ ਨੂੰ ਸੰਗਤਾਂ ਦੇ ਵਿੱਚ, ਸੰਗਤਾਂ ਦੀ ਭੇਟਾਵਾਂ ਜਿਹੜੀਆਂ ਸੀ ਲੋੜਵੰਦ ਸੰਗਤਾਂ ਦੇ ਵਿੱਚ ਵੰਡੀਆਂ ਜਾਂਦੀਆਂ ਸੀ, ਔਰ ਆਪ 10 ਨੌਹਾਂ ਦੀ ਕਿਰਤ ਕਮਾਈ ਗੁਰੂ ਪਾਤਸ਼ਾਹ ਜੀ ਉਹਦਾ ਪ੍ਰਸ਼ਾਦਾ ਪਾਣੀ ਛਕਦੇ ਸੀ। ਇਹ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਵਡਿਆਈ ਤੇ ਰਹਿਮਤ ਹੈ। ਉਹ ਉਹਨਾਂ ਨੇ ਨਾਲ ਨਾਲ ਆਪਣਾ ਸਿਮਰਨ ਵੀ, ਬਾਣੀ ਵੀ ਜਾਰੀ ਰੱਖੀ, ਨਾਲ ਨਾਲ ਆਪਣੀ ਕਿਰਤ ਕਮਾਈ, ਔਰ ਨਾਲ ਨਾਲ ਜਿਹੜਾ ਸੀ ਧਰਮ ਦਾ ਕਾਰਜ ਉਪਦੇਸ਼, ਇਹ ਵੀ। ਹੁਣ ਸੰਗਤਾਂ ਗੁਰੂ ਪਾਤਸ਼ਾਹ ਮਹਾਰਾਜ ਨੂੰ ਇੱਕ ਤਪੀਆ ਕਹਿਣ ਲੱਗ ਪਈਆਂ ਸੀ ਕਿ ਗੁਰੂ ਪਾਤਸ਼ਾਹ ਜੀ ਇੱਕ ਤਪੀ ਨੇ, ਇੱਕ ਸਾਧੂ ਮਹਾਤਮਾ ਨੇ। ਇਹ ਉਹਨਾਂ ਦੇ ਜੀਵਨ ਨੂੰ ਦੇਖ ਕੇ, ਉਹਨਾਂ ਦੀ ਵਿਚਾਰਧਾਰਾ ਨੂੰ ਦੇਖ ਕੇ। ਖੈਰ ਆਪਾਂ ਉੱਥੇ ਆਈਏ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਕਿ 30 ਮਾਰਚ 1664 ਈਸਵੀ, ਇਹ 64 ਈਸਵੀ ਗੁਰੂ ਪਾਤਸ਼ਾਹ ਮਹਾਰਾਜ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਦਿੱਲੀ ਦੇ ਵਿੱਚ ਜੋਤੀ ਜੋ ਸਮਾਉਣ ਲੱਗੇ, ਗੁਰੂ ਤੇਗ ਬਹਾਦਰ ਜੀ ਕੁਝ ਸਮਾਂ ਹੀ ਪਹਿਲੋਂ ਮਿਲ ਕੇ ਬਕਾਲੇ ਦੀ ਧਰਤੀ ਤੇ ਆਏ ਸੀ। ਔਰ ਉਸ ਸਮੇਂ ਇੱਕ ਹੋਰ ਗੱਲ ਹੈ ਕਿ ਕੋਈ ਵੀ ਸੋਢੀ ਪਰਿਵਾਰ ਜਿਹੜਾ ਸੀ ਬਕਾਲੇ ਦੀ ਧਰਤੀ ਤੇ ਨਹੀਂ ਸੀ ਰਹਿ ਰਿਹਾ, ਜਿਹੜਾ ਗੁਰੂ ਪਰਿਵਾਰ ਦੇ ਨਾਲ ਹੋਰ ਕੋਈ ਸੰਬੰਧ ਰੱਖਦਾ ਸੀ, ਕੋਈ ਨਹੀਂ ਸੀ ਰਹਿ ਰਿਹਾ। ਕੇਵਲ ਤੇ ਕੇਵਲ ਗੁਰੂ ਤੇਗ ਬਹਾਦਰ ਜੀ ਉੱਥੇ ਰਹਿ ਰਹੇ ਸੀ, ਔਰ ਇੱਥੇ ਰਹਿਣ ਦਾ ਹੁਕਮ ਕਿਹਨੇ ਕੀਤਾ ਸੀ? ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ। ਜਦੋਂ ਸਤਿਗੁਰੂ ਜੀ ਜੋਤੀ ਜੋਤ ਸਮਾਉਣ ਲੱਗੇ 1644 ਈਸਵੀ ਵਿੱਚ ਕੀਰਤਪੁਰ ਦੀ ਧਰਤੀ ਤੇ, ਗੁਰਤਾ ਗੱਦੀ ਗੁਰੂ ਪਾਤਸ਼ਾਹ ਨੇ ਆਪਣੇ ਪੋਤਰੇ ਗੁਰੂ ਹਰਿ ਪਾਤਸ਼ਾਹ ਮਹਾਰਾਜ ਨੂੰ ਬਖਸ਼ਿਸ਼ ਕਰਤੀ ਤੇ ਇੱਧਰ ਬਚਨ ਕੀਤਾ ਇਹਨਾਂ ਦੀ ਮਾਤਾ ਜੀ ਦੇ ਨਾਲ ਤੇ ਨਾਲ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਨਾਲ ਕਿ ਤੁਸੀਂ ਬਕਾਲੇ ਦੀ ਧਰਤੀ ਦੇ ਉੱਤੇ ਚਲੇ ਜਾਓ। ਇਹ ਚੱਲਦੇ ਹੋਏ ਇੱਥੇ ਆ ਗਏ ਸਨ। ਗੁਰੂ ਪਾਤਸ਼ਾਹ ਨੇ ਚੱਲਣ ਲੱਗਿਆਂ ਇੱਕ ਰੁਮਾਲ, ਇੱਕ ਗੁਟਕਾ ਸਾਹਿਬ, ਇੱਕ ਕਟਾਰ, ਜਿਹੜੀ ਗੁਰੂ ਪਾਤਸ਼ਾਹ ਮਹਾਰਾਜ ਨੇ ਕੁਝ ਨਿਸ਼ਾਨੀਆਂ ਦੇ ਕੇ ਜਿਹੜਾ ਸੀ ਉੱਥੋਂ ਤੋਰਿਆ ਸੀ ਗੁਰੂ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ। ਔਰ ਇੱਥੇ ਆਣ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਹੁਕਮ ਦੇ ਨਾਲ ਬਕਾਲੇ ਦੀ ਧਰਤੀ ਦੇ ਉੱਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਪਣੀ ਮਾਤਾ ਜੀ ਦੇ ਨਾਲ ਪਹੁੰਚੇ ਸਨ, ਇੱਥੇ ਰਹਿ ਰਹੇ ਸੀ ਤੇ ਨਾਲ ਹੀ ਇਹਨਾਂ ਦੇ ਸਤਿਕਾਰਯੋਗ ਗੁਰੂ ਕੇ ਮਹਿਲ ਵੀ ਇੱਥੇ ਰਹਿ ਰਹੇ ਸੀ। ਸੋ ਜਦੋਂ ਹੁਕਮ ਹੋਇਆ, ਆਪਾਂ ਗੱਲ ਉੱਥੇ ਆਈ ਵੀ ਜਦੋਂ ਹੁਕਮ ਹੋਇਆ 1664 ਈਸਵੀ ਦੇ ਵਿੱਚ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਵੱਲੋਂ ਕਿ ਬਾਬਾ ਬਸੇ ਗ੍ਰਾਮ ਬਕਾਲੇ, ਤੇ ਰਿਸ਼ਤੇ ਦੇ ਵਿੱਚ ਉਹ ਤੋਂ ਬਾਬਾ ਜੀ ਲੱਗਣ ਵਾਲੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਤੋਂ ਹੋਰ ਇਲਾਵਾ ਮੈਂ ਕਹਿ ਦਿੱਤਾ ਕਿ ਪਰਿਵਾਰ ਦਾ, ਗੁਰੂ ਪਰਿਵਾਰ ਦੇ ਨਾਲ ਸੰਬੰਧ ਰੱਖਣ ਵਾਲਾ ਹੋਰ ਕੋਈ ਵੀ ਵਿਅਕਤੀ ਨਹੀਂ ਸੀ ਇੱਥੇ ਰਹਿ ਰਿਹਾ ਸੋਢੀ ਪਰਿਵਾਰ ਦੇ ਵਿੱਚੋਂ। ਕੇਵਲ ਤੇ ਕੇਵਲ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਰਹਿ ਰਹੇ ਸੀ। ਪਰ ਹੁਣ ਗੁਰੂ ਪਾਤਸ਼ਾਹ ਮਹਾਰਾਜ ਨੇ ਉਸ ਸਮੇਂ ਜਿਹੜੀਆਂ ਗੁਰਤਾ ਗੱਦੀ ਦੀਆਂ ਰਸਮਾਂ ਹੁੰਦੀਆਂ ਨਿਭਾਈਆਂ ਜਾਂਦੀਆਂ ਰਹੀਆਂ ਹੈਗੀਆਂ। 5 ਪੈਸੇ ਨਾਰੀਅਲ ਜਿਹੜਾ ਗੁਰੂ ਪਾਤਸ਼ਾਹ ਮਹਾਰਾਜ ਭੇਟ ਕਰਦੇ ਹੁੰਦੇ ਸਨ ਜਦੋਂ ਗੁਰਤਾ ਗੱਦੀ ਅਗਲੇ ਗੁਰੂ ਮਹਾਰਾਜ ਨੂੰ ਬਖਸ਼ਿਸ਼ ਕੀਤੀ ਜਾਂਦੀ ਸੀ ਤੇ ਮੱਥਾ ਟੇਕਿਆ ਜਾਂਦਾ ਸੀ। ਇਹ ਉਸ ਸਮੇਂ ਦੀ ਰਸਮ ਜਿਹੜੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਜੋ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ, ਉਦੋਂ ਤੋਂ ਚੱਲੀ ਆ ਰਹੀ ਸੀ।
ਔਰ ਦੂਸਰੀ ਇਹ ਸੀ ਕਿ ਬਾਬਾ ਬੁੱਢਾ ਜੀ ਦੀ ਅੰਸ਼ ਵੰਸ਼ ਦੇ ਵਿੱਚੋਂ, ਜਾਂ ਪਹਿਲੋਂ ਬਾਬਾ ਬੁੱਢਾ ਸਾਹਿਬ ਜੀ ਗੁਰਿਆਈ ਦਾ ਤਿਲਕ ਲਾਇਆ ਕਰਦੇ ਸਨ, ਜਾਂ ਫਿਰ ਉਹਨਾਂ ਦੀ ਅੰਸ਼ ਵੰਸ਼ ਨੂੰ ਉਹ ਅਧਿਕਾਰ ਵੀ ਦਿੱਤਾ ਗਿਆ। ਹੁਣ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਜੋਤੀ ਜੋ ਸਮਾਉਂਦੇ ਨੇ 30 ਮਾਰਚ ਨੂੰ, ਤੇ ਹੁਕਮ ਕਰਦੇ ਨੇ ਬਾਬਾ ਬਸੇ ਗ੍ਰਾਮ ਬਕਾਲੇ, ਕਿ ਬਕਾਲੇ ਦੀ ਧਰਤੀ ਦੇ ਉੱਤੇ ਗੁਰੂ ਤੇਗ ਬਹਾਦਰ ਜੀ ਵੱਲ ਇਸ਼ਾਰਾ ਕੀਤਾ ਕਿ ਉੱਥੇ ਵਸਦੇ ਪਏ ਨੇ ਜੋ ਮੇਰੇ ਰਿਸ਼ਤੇ ਵਿੱਚ ਬਾਬਾ ਜੀ ਲੱਗਦੇ ਨੇ। ਉਹ ਸੰਗਤਾਂ ਨੂੰ ਅੱਗੇ ਉਹ ਅਗਵਾਈ ਕਰਨਗੇ, ਤੇ ਇਹ ਗੁਰਤਾ ਗੱਦੀ ਦੀਆਂ ਜੋ ਸਮੱਗਰੀ ਹੈ, ਇਹ ਸਮੱਗਰੀ ਜਿਹੜੀ ਬਕਾਲੇ ਦੀ ਧਰਤੀ ਤੇ ਜਾ ਕੇ ਉਹਨਾਂ ਨੂੰ ਸੌਂਪੀ ਜਾਵੇ ਤੇ ਉਹਨਾਂ ਨੂੰ ਸਮਰਪਿਤ ਕੀਤੀ ਜਾਵੇ। ਇਹ ਜਿਹੜੀ ਡਿਊਟੀ ਸੀ ਭਾਈ ਦਰਗਾਹ ਮੱਲ ਜੀ ਹੁਣਾਂ ਦੀ, ਉਹਨਾਂ ਦੀ ਜਿਹੜੀ ਸੀ ਡਿਊਟੀ ਲਗਾਈ ਗਈ, ਬਕਾਇਦਾ ਜਿਹੜੀ ਸੀ ਕੋ ਸਿੱਖਾਂ ਦੀ ਡਿਊਟੀ ਲਾਈ ਗਈ। ਪਰ ਇਤਿਹਾਸ ਲਿਖਦਾ ਹੈ ਕਿ ਇਹਨਾਂ ਨੂੰ ਇੱਥੇ ਪਹੁੰਚਦਿਆਂ ਜਾਂ ਕਿਤੇ ਆਸੇ-ਪਾਸੇ ਕਹਿ ਲਓ ਵੀ ਸਮਾਂ ਏਦਾਂ ਲੱਗ ਗਿਆ ਵੀ ਘਰਾਂ ਨੂੰ ਉੱਥੋਂ ਚਲੇ ਗਏ, ਸਿੱਧੇ ਬਕਾਲਾ ਸਾਹਿਬ ਦੀ ਧਰਤੀ ਤੇ ਨਾ ਆਏ, ਜਾਂ ਗੁਰੂ ਮਹਾਰਾਜ ਨੇ ਇਹ ਵੀ ਕੋਈ ਨਾ ਕੋਈ ਸੰਗਤਾਂ ਦੇ ਅੱਗੇ ਖੇਡ ਵਰਤਾਉਣੀ ਸੀ ਤਾਂ ਕਿ ਸੰਗਤਾਂ ਦੀ ਅਵਸਥਾ ਤੇ ਬੁੱਧੀ ਨੂੰ ਉਹ ਜਾਣ ਸਕਣ ਕਿ ਇਹਨਾਂ ਦੀ ਗੁਰੂ ਦੀ ਪ੍ਰਤੀ ਕਿੰਨੀ ਕੁ ਸੁਚੇਤਤਾਪਨ ਹੈ। ਇਹੋ ਜਿਹੀ ਅਵਸਥਾ ਦੇ ਵਿੱਚ ਨੇ ਕਿ ਗੁਰੂ ਸੱਚੇ ਦੇ ਨਾਲ ਇਹਨਾਂ ਦਾ ਨਾਤਾ ਜਾਂ ਸੱਚੇ ਦੀ ਭਾਲ ਕਰ ਸਕਦੇ ਕਿ ਨਹੀਂ ਕਰ ਸਕਦੇ, ਸੰਗਤਾਂ ਦੀ ਕਿਹੋ ਜਿਹੀ ਬਿਰਤੀ ਦੇ ਮਾਲਕ ਹੈ। ਕਿਉਂਕਿ ਸੰਗਤ ਦੀ ਬਿਰਤੀ ਸੁਰਤੀ ਨੂੰ ਦੇਖਣਾ, ਗੁਰੂ ਮਹਾਰਾਜ ਕਈ ਇਮਤਿਹਾਨ ਸੰਗਤਾਂ ਦੇ ਵਾਸਤੇ ਵੀ ਪਾਉਂਦੇ ਨੇ, ਸਿੱਖਾਂ ਵਾਸਤੇ ਵੀ ਪਾਉਂਦੇ ਰਹੇ, ਆਪਾਂ ਇਤਿਹਾਸ ਦੇ ਵੀ ਦੇਖਦੇ ਹਾਂ। ਔਰ ਅੱਜ ਵੀ ਸਭ ਤੋਂ ਵੱਡਾ ਇਮਤਿਹਾਨ ਗੁਰੂ ਮਹਾਰਾਜ ਨੇ ਪਾਇਆ ਹੋਇਆ। ਔਰ ਅੱਜ ਦੇਖੋ ਵੀ ਅੱਜ ਵੀ ਲੋਕ ਜਿਹੜੇ ਨੇ ਭਟਕੇ ਹੋਏ ਨੇ, ਭੁੱਲੇ ਹੋਏ ਨੇ, ਜਦੋਂ ਕਿ ਸਪਸ਼ਟ ਗੁਰੂ ਮਹਾਰਾਜ ਨੇ ਨੰਦੇੜ ਸਾਹਿਬ ਦੀ ਧਰਤੀ ਤੇ ਬਚਨ ਕੀਤੇ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਕਿ ਆਖਿਆ ਪਈ ਅਕਾਲ ਕੀ ਤਬੇ ਚਲਾਇਓ, ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ। ਗ੍ਰੰਥ ਹੁਣ ਇਹ ਸਪਸ਼ਟ ਸ਼ਬਦ ਨੇ। ਔਰ ਰੋਜ਼ਾਨਾ 2 ਵਕਤ ਖਲੋ ਕੇ ਗੁਰੂ ਘਰਾਂ ਦੇ ਵਿੱਚ ਇਹ ਜਿਹੜਾ ਦੋਹਰਾ ਹੈ ਪੜ੍ਹਿਆ ਜਾਂਦਾ। ਉਸ ਦੇ ਬਾਵਜੂਦ ਵੀ ਸਾਡੀ ਬੁੱਧੀ ਦੀ ਅਵਸਥਾ ਜਿਹੜੀ ਹੈ ਕਿ ਇੰਨੀ ਕਹੌਲੀ ਹੈ, ਜਾਂ ਇੰਨੇ ਕਿ ਅਸੀਂ ਛੋਟੀ ਸੋਚ ਦੇ ਉੱਤੇ ਚਲੇ ਗਏ ਹਾਂ ਕਿ ਆਪਣੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਛੱਡ ਕੇ ਹੋਰ ਦੰਬੀਆਂ ਦੇ ਡੇਰਿਆਂ ਪਖੰਡੀਆਂ ਦੇ ਮਗਰ ਲੱਗ ਕੇ ਤੇ ਲੋਕ ਜਿਹੜੇ ਨੇ ਆਪਣਾ ਪੈਸਾ, ਆਪਣਾ ਸਮਾਂ ਜਿਹੜਾ ਹੈ, ਆਪਣੀ એનર્ਜੀ ਬਰਬਾਦ ਕਰਦੇ ਪਏ ਨੇ। ਇੱਥੋਂ ਤੱਕ ਵੀ ਹੋ ਜਾਂਦਾ ਕਈ ਵਾਰ ਧੀਆਂ ਭੈਣਾਂ ਦੀ ਇੱਜ਼ਤ ਪਾਤੇ ਉੱਤੇ ਵੀ ਗੱਲਾਂ ਆ ਜਾਂਦੀਆਂ ਨੇ। ਇਹ ਤੋਂ ਮਾੜੀ ਗੱਲ ਕੋਈ ਨਹੀਂ ਹੋ ਸਕਦੀ। ਗੁਰੂ ਮਹਾਰਾਜ ਸਾਨੂੰ ਕਿਸ ਪਾਸੇ ਤੋਰ ਕੇ ਗਏ ਤੇ ਉਹ ਸਾਡੇ ਅਸੀਂ ਕਿਸ ਪਾਸੇ ਤੁਰੇ ਹੋਏ। ਖੈਰ, ਗੁਰੂ ਮਹਾਰਾਜ ਨੇ ਉਸ ਸਮੇਂ ਵੀ ਪਰਚਾ ਪਾਇਆ। ਜਦੋਂ ਪਰਚਾ ਪਾਇਆ ਤੇ ਉਹ ਹੋਇਆ ਕਿ ਉਸ ਪਰਚੇ ਦੇ ਵਿੱਚ ਕਿ ਸਾਡੇ ਸਾਹਮਣੇ ਹੈ ਕਿ ਦਰਗਾਹ ਮੱਲ ਜੀ ਹੋਣੀ ਤੇ ਗੁਰੂ ਕੇ ਸਿੱਖ ਜਿਹੜੇ ਹੋਰ ਸਨ ਉਹ ਸਮੱਗਰੀ ਲੈ ਕੇ ਪਹੁੰਚੇ ਨਹੀਂ। ਉਹਨਾਂ ਨੂੰ 4.5 ਮਹੀਨੇ ਦਾ ਸਮਾਂ ਲੱਗਿਆ ਇਹਦੇ ਵਿੱਚ, ਕਿਉਂਕਿ 11 ਅਗਸਤ ਉਹ ਜਿਨ੍ਹਾਂ ਨੇ 30 ਮਾਰਚ ਤੋਂ ਗੁਰਤਾ ਗੱਦੀ ਦੀ ਸਮੱਗਰੀ ਦਿੱਤੀ ਗਈ ਸੀ, ਪਰ ਉਹ ਪਹੁੰਚੇ ਕਦੋਂ? 11 ਅਗਸਤ 1664 ਈਸਵੀ ਨੂੰ ਪਹੁੰਚੇ। ਬਾਅਦ ਵਿੱਚ 4.5 ਮਹੀਨੇ ਤਕਰੀਬਨ 4.5 ਮਹੀਨੇ ਦਾ ਸਮਾਂ ਲੱਗਿਆ। ਇਹਨਾਂ 4.5 ਮਹੀਨਿਆਂ ਦੇ ਅੰਦਰ ਦੰਬੀਆਂ ਪਖੰਡੀਆਂ ਨੂੰ ਜਿਹੜਾ ਸੀ ਉਹ ਖੁੰਬਾਂ ਵਾਂਗੂ ਉੱਠ ਕੇ ਜਿਹੜੇ ਆਪੇ ਬਾਬੇ, ਆਪੇ ਗੁਰੂ, ਆਪੇ ਸਭ ਕੁਝ ਗੁਰੂ ਟੰਮ ਜਿਹੜਾ ਸੀ ਉਹ ਪੈਦਾ ਹੋ ਗਿਆ ਬੜੇ ਵੱਡੇ ਪੱਧਰ ਦੇ ਉੱਤੇ। ਔਰ ਸਭ ਤੋਂ ਵੱਡੀ ਜਿਹੜੀ ਇੱਥੇ ਗੱਦੀ ਲੱਗੀ ਸੀ ਉਹ ਧੀਰ ਮੱਲ ਦੀ ਸੀ। ਉਹਦਾ ਕਾਰਨ ਇਹ ਕਿ ਉਹਦੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੀ। ਕਰਤਾਰਪੁਰ ਸਾਹਿਬ ਵਾਲੀ ਬੀੜ ਜਿਹੜੀ ਸੀ ਕਹਿੰਦੇ ਉਹਦੇ ਕੋਲ ਸੀ। ਉਹ ਬੀੜ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਉਸ ਸਰੂਪ ਦਾ ਸਹਾਰਾ ਸੀ ਕਿ ਜਿਹਦੇ ਕੋਲ ਗੁਰੂ ਗ੍ਰੰਥ ਸਾਹਿਬ ਦੀ ਬੀੜ ਸਰੂਪ ਹੈ ਕਿ ਉਹੀ ਅਸਲ ਗੁਰੂ ਹੈ। ਉਹ ਆਪਣੇ ਆਪ ਨੂੰ ਅਸਲੀ ਗੁਰੂ ਜਿਹੜਾ ਸੀ ਉਹਦਾ ਪ੍ਰਚਾਰ ਕਰ ਰਿਹਾ ਸੀ। ਬਾਕੀ ਹੋਰ ਵੀ ਮੰਜੀਆਂ ਡਾਹ ਕੇ ਬੈਠੇ ਹੋਏ ਸਨ। ਆਪਾਂ ਸੁਣਦੇ ਆ 22 ਮੰਜੀਆਂ ਸੁਣ ਸਕਦਾ ਹੈ ਤਾਂ ਹੁਣ ਕੁਛ ਹੋਵੇਗਾ। ਤੇ ਬਕਾਲਾ ਸਾਹਿਬ ਦੀ ਧਰਤੀ ਤੇ ਇੰਨੇ ਜਾਣੇ ਬੈਠ ਜਾਣੇ ਤੇ ਇੰਨੇ ਗੁਰੂ ਆਪਣੇ ਆਪ ਨੂੰ ਉਹਨਾਂ ਨੇ ਸਦਵਾਉਣਾ ਸ਼ੁਰੂ ਕਰ ਦੇਣਾ। ਇਹ ਛੋਟੀ ਇੱਕ ਅੱਧਾ ਨਹੀਂ, ਇੱਕ ਸ਼ਹਿਰ ਦੇ ਵਿੱਚ ਹੀ, ਇੱਕ ਨਗਰ ਦੇ ਵਿੱਚ, ਸ਼ਹਿਰ ਵੀ ਨਹੀਂ ਸੀ, ਇੱਕ ਨਗਰ ਦੇ ਵਿੱਚ ਕਹਿ ਲਓ ਵੀ ਉੱਥੇ ਇੰਨੇ ਬੈਠ ਗਏ। ਤੇ ਸੰਗਤਾਂ ਜਿਹੜੀਆਂ ਨੇ, ਹੁਣ ਕੋਈ ਆ ਕੇ ਕਹਿੰਦਾ ਵੀ ਸਾਡੇ ਵਾਲੀ ਗੱਦੀ ਸੱਚੀ ਆ ਜੀ। ਹੁਣ ਸਾਡਾ ਤੇ ਆਪਣੀ ਸੋਚ ਤੋਂ ਬੰਦਾ ਕੰਮ ਘੱਟ ਲੈਂਦਾ, ਦਿਮਾਗ ਤੋਂ ਕਿਸੇ ਦੇ ਕਹੇ ਦੇ ਮਗਰ ਜ਼ਿਆਦਾ ਤੁਰ ਪੈਂਦਾ। ਅੱਜ ਵੀ ਦੇਖੋ ਨਾ ਵਡਭਾਗ ਸਿੰਘ ਤੇ ਡੇਰੇ ਜਿਹੜਾ ਹੈਗਾ ਦੇਹਰਾਦੂਨ, ਲੋਕ ਜਾ ਰਹੇ ਨੇ। ਅੱਜ ਵੀ ਭੂਤਾਂ ਪ੍ਰੇਤਾਂ ਵਾਲੇ ਨੂੰ ਉੱਥੇ ਅੱਜ ਵੀ ਗਲ ਦੇ ਵਿੱਚ ਗਾਤਰੇ, ਕਿਰਪਾਨਾਂ, ਸ਼੍ਰੀ ਸਾਹਿਬ, ਸਿਰ ਤੇ ਸੋਹਣੀਆਂ ਦਸਤਾਰਾਂ, ਦਾੜਾ ਮੁੱਛਾਂ, ਸਾਬਤ ਸੂਰਤ ਲੋਕ, ਬੀਬੀਆਂ, ਔਰ ਕਈ ਲੋਕ ਜਿਹੜੇ ਨੇ ਉੱਥੇ ਅੱਜ ਵੀ ਜਾ ਕੇ ਜਿਹੜੇ ਮੱਥਾ ਵਡਭਾਗ ਦੀ ਉੱਥੇ ਗੱਦੀ ਦੇ ਉੱਤੇ ਟੇਕਦੇ ਪਏ। ਬੜਾ ਕੁਛ ਹੋ ਰਿਹਾ ਅੱਜ ਵੀ। ਅੱਜ ਦੇ ਵਿੱਚ ਵੀ ਆਪਾਂ ਕਈ ਸੁਧਾਰ ਆ ਗਿਆ, ਅਸੀਂ ਉਸ ਉੱਚ ਬੁੱਧੀ ਦੇ ਮਾਲਕ ਬਣ ਗਏ ਹਾਂ। ਬੜੇ ਪਿੱਛੇ ਹਾਂ,
ਗੁਰੂ ਮਹਾਰਾਜ ਹੁਣ ਦੇਖੋ 22 ਮੱਝੀਆਂ ਲੱਗ ਗਈਆਂ ਨੇ ਤੇ ਲੋਕ ਭੁਲੇਖੇ ਦੇ ਵਿੱਚ ਕਦੀ ਕਿਸੇ ਨੂੰ ਮੱਥਾ ਟੇਕ, ਕਦੀ ਕਿਸੇ ਨੂੰ ਮੱਥਾ ਟੇਕ, ਕਿਸੇ ਨੂੰ ਮੱਥਾ, ਪਰ ਪਰੇਸ਼ਾਨੀ ਜਿਹੜੀ ਹੈ ਉਹ ਮਨਾਂ ਦੇ ਅੰਦਰ ਬਣੀ ਹੈ। ਜਿਹੜੀ ਸ਼ਾਂਤੀ ਸੱਚੇ ਗੁਰੂ ਨੂੰ ਮਿਲ ਕੇ ਮਿਲਦੀ ਸੀ, ਉਹ ਕਿਸੇ ਇੱਕ ਵਿਅਕਤੀ ਨੂੰ ਵੀ ਸ਼ਾਂਤੀ, ਚਿਹਰੇ ਦੇ ਉੱਤੇ ਖੁਸ਼ੀ ਨਹੀਂ ਪ੍ਰਾਪਤ ਹੋ ਰਹੀ। ਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਆਪਣੀ ਉਸੇ ਅਵਸਥਾ ਦੇ ਵਿੱਚ ਨੇ, ਕਿਰਤ ਕਰਦੇ ਨੇ, ਨਾਮ ਜਪਦੇ ਨੇ, ਬਾਣੀ ਪੜ੍ਹਦੇ ਨੇ। ਉਹ ਜਿਹੜੀ ਪੋਥੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਸੌਂਪੀ ਸੀ ਗੁਟਕਾ ਸਾਹਿਬ, ਉਹ ਬਾਣੀ ਦਾ ਪਾਠ ਕਰਦੇ ਨੇ। ਤੇ ਨਾਲ ਉਹਨਾਂ ਦੇ ਸਤਿਕਾਰਯੋਗ ਮਾਤਾ ਨਾਨਕੀ ਜੀ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਬਣਾ ਕੇ ਦਿੰਦੇ ਨੇ, ਉਹ ਬੰਦਗੀ ਕਰੀ ਜਾਂਦੇ ਨੇ, ਵਾਹਿਗੁਰੂ ਦੇ ਚਰਨਾਂ ਨਾਲ ਜੁੜੇ ਹੋਏ ਨੇ। ਇੱਕ ਆਮ ਜਿਹੇ ਵਿਅਕਤੀ ਦੀ ਤਰ੍ਹਾਂ ਉਹ ਜ਼ਿੰਦਗੀ ਬਤੀਤ ਕਰ ਰਹੇ ਨੇ, ਬੜੀ ਸੱਚੀ ਸੁੱਚੀ ਕਿਰਤ ਕਮਾਈ ਕਰਦਿਆਂ ਹੋਇਆਂ। ਆਖਰਕਾਰ ਜਦੋਂ ਇੰਨਾ ਕੁਝ ਕਹੋ ਰਾਮ ਮਚ ਗਿਆ, ਗੁਰੂ ਡੰਮ ਏਡਾ ਵੱਡਾ ਫੈਲ ਗਿਆ, 4.5 ਮਹੀਨਿਆਂ ਦੇ ਸਮੇਂ ਵਿੱਚ, ਬਹੁਤਾ ਸਮਾਂ ਨਹੀਂ, 4.5 ਮਹੀਨਿਆਂ ਵਿੱਚ ਇੰਨਾ ਕੁਝ ਹੋ ਗਿਆ। 4.5 ਮਹੀਨੇ ਬਹੁਤਾ ਸਮਾਂ ਨਹੀਂ ਲੱਗਾ। ਇਹ ਬੜੀ ਸੋਚਣ ਵਾਲੀ ਗੱਲ ਹੈ। 4.5 ਮਹੀਨੇ ਖਲਾਰਾ ਖਿਲਰ ਗਿਆ। ਉਧਰੋਂ ਫਿਰ ਸਿੱਖਾਂ ਨੇ ਸੋਚਿਆ ਵੀ ਇਹ ਤੇ ਭਾਈ ਦਰਗਾਹ ਮਾਲ ਜੀ ਹੁਣਾਂ ਨੂੰ, ਬਾਬਾ ਬੁੱਢਾ ਸਾਹਿਬ ਦੇ ਜਿਹੜੇ ਅਗਲੇ ਪਾਸੇ ਸੰਤਾਨ ਸੀ ਬਾਬਾ ਗੁਰਦਿੱਤਾ ਜੀ, ਉਹਨਾਂ ਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਸੰਗਤਾਂ ਬੜੀਆਂ ਗੁੰਮਰਾਹ ਕੀਤੀਆਂ ਜਾ ਰਹੀਆਂ। ਆਪਾਂ ਜਲਦੀ ਜਲਦੀ ਬਕਾਲੇ ਦੀ ਧਰਤੀ ਦੇ ਉੱਤੇ ਪਹੁੰਚ ਕੇ ਗੁਰਿਆਈ ਦੀ ਰਸਮ, ਜਿਹੜੀ ਗੁਰੂ ਮਹਾਰਾਜ ਨੇ ਸਾਨੂੰ ਸਮੱਗਰੀ ਦਿੱਤੀ, ਉਹ ਗੁਰਿਆਈ ਦੀ ਰਸਮ ਕੀਤੀ ਜਾਵੇ। ਫਿਰ ਕੀ ਹੋਇਆ ਕਿ ਇਹ ਜਿਹੜਾ ਭਾਈ ਜਸਵਿੰਦਰ ਸਿੰਘ ਜੀ, ਤੁਸੀਂ ਗਿਆਨੀ ਜੀ ਗੱਲ ਕੀਤੀ ਆ ਕਿ ਵਾਕਿਆ ਹੀ ਰੱਖੜ ਪੁੰਨਿਆਂ ਨਾਲ ਸਾਡਾ ਕੋਈ ਸੰਬੰਧ ਨਹੀਂ ਸੀ। ਵੇਖੋ ਇਹ ਕਿੱਡਾ ਵੱਡਾ ਭੁਲੇਖਾ ਪਾ ਦਿੱਤਾ ਗਿਆ। ਮੈਂ ਤੇ ਗਿਆਨੀ ਭੁਪਿੰਦਰ ਸਿੰਘ ਜੀ ਇਹ ਸੋਚਦਾ ਹੋਵਾਂਗਾ ਵੀ ਇਹ ਭੁਲੇਖਾ ਪਾਉਣ ਦੇ ਮਗਰ ਵੀ ਗੁਰੂ ਡੰਮ ਤੇ ਹੀ ਵੱਡੀ ਚਾਲ ਹੋਵੇਗੀ, ਹੋਰ ਵੀ ਚਾਲਾਂ ਹੋ ਸਕਦੀਆਂ। ਗੁਰੂ ਡੰਮ ਕਦੀ ਨਹੀਂ ਚਾਹੁੰਦਾ ਹੋਵੇਗਾ ਕਿ ਗੁਰੂ ਲਾਦੋਰੇ ਦਿਵਸ ਮਨਾਇਆ ਜਾਵੇ, ਉਹਨਾਂ ਨੂੰ ਇਹੋ ਜਿਹੇ ਰੱਖੜ ਪੁੰਨਿਆਂ ਦੇ ਤਿਉਹਾਰ ਦੇ ਨਾਲ ਜਿਨ੍ਹਾਂ ਦੇ ਮਨ ਮਤ ਹੈ, ਜਿਹਦਾ ਗੁਰੂ ਘਰ ਨਾਲ ਕੋਈ ਸੰਬੰਧ ਹੀ ਨਹੀਂ ਹੈਗਾ, ਇਹੋ ਜਿਹਾ ਭੁਲੇਖਾ ਪਾ ਦਿੱਤਾ ਜਾਵੇ। ਇੱਕ ਤੇ ਰੱਖੜ ਪੁੰਨਿਆਂ ਨੂੰ ਸੱਚ ਕਰਤਾ ਜਾਵੇ, ਆਪਣਾ ਤਿਉਹਾਰ ਸੱਚਾ ਬਣਾਤਾ ਜਾਵੇ। ਇਹ ਸਿੱਖਾਂ ਦੇ ਵਿੱਚ ਵੀ ਦੇਖੋ ਜੀ, ਉੱਥੇ ਬੜਾ ਵੱਡਾ ਮੇਲਾ ਲੱਗਦਾ ਰੱਖੜ ਪੁੰਨਿਆਂ ਦਾ। ਇਹ ਸਿੱਖ ਕਿਵੇਂ ਮਨੁੱਖ ਹੋ ਸਕਦੇ ਭਾਈ? ਉੱਥੇ ਤੇ ਮੇਲਾ ਖੁਦ ਮਨਾਇਆ ਜਾ ਰਿਹਾ। ਵੇਖੋ ਸਾਡੇ ਕੈਲੰਡਰਾਂ ਦੇ ਵਿੱਚ ਵੀ ਪਹਿਲਾਂ ਇਹ ਚੀਜ਼ਾਂ, ਤੇ ਹੁਣ 2-3 ਸਾਲ ਤੋਂ ਕਹਿ ਲਈਏ 4 ਸਾਲ ਤੋਂ ਸੰਗਤ ਥੋੜੀ ਜਿਹੀ ਸੁਚੇਤ, ਥੋੜਾ ਜਿਹਾ ਅਸੀਂ ਸੁਚੇਤ ਹੋਏ ਆ ਵੀ ਉਹਨੂੰ ਗੁਰੂ ਲਾਦੋਰੇ ਦਾ ਨਾਮ ਦੇਣਾ ਹੁਣ ਸ਼ੁਰੂ ਕੀਤਾ। ਜੇ ਬਚਪਨ ਪਿੱਛੇ ਆਪਣਾ ਦੇਖੀਏ ਤੇ ਅਸੀਂ ਰੱਖੜ ਪੁੰਨਿਆਂ ਦੇ ਮੇਲੇ ਤੇ ਜਾਣਾ ਦੀਆਂ ਗੱਲਾਂ ਕਰਦੇ ਸੀ, ਰੱਖੜ ਪੁੰਨਿਆਂ ਦੇ ਮੇਲਾ 'ਚ ਉੱਥੇ ਲੱਗਣਾ। ਪਰ ਅੱਜ ਵੀ ਜਿਹੜੀਆਂ ਸਰਕਾਰਾਂ ਦੀਆਂ ਸੁਰਖੀਆਂ ਦੇਖ ਲਓ ਕਿ ਰੱਖੜ ਪੁੰਨਿਆਂ ਦੇ ਮੇਲੇ ਦੇ ਉੱਤੇ ਮੰਤਰੀ ਨੇ ਜਾ ਕੇ ਮੱਥਾ ਟੇਕਿਆ, ਰੱਖੜ ਪੁੰਨਿਆਂ ਦੇ ਮੇਲੇ ਦੇ ਉੱਤੇ ਰੈਲੀਆਂ ਹੋਈਆਂ, ਰੱਖੜ ਪੁੰਨਿਆਂ ਦੇ ਮੇਲੇ ਦੇ ਉੱਤੇ ਆਹ ਕੁਝ ਹੋਇਆ। ਉੱਥੇ ਗੁਰੂ ਲਾਦੋਰੇ ਨਾਮ ਜਿਹੜਾ ਹੈਗਾ, ਅਸਲ ਕਹਾਣੀ ਉਹਨੂੰ ਤੇ ਬਿਲਕੁਲ ਅੱਜ ਵੀ ਛੁਪਾਇਆ ਜਾ ਰਿਹਾ। ਇਹ ਤਾਂ ਥੋੜਾ ਜਿਹਾ ਸੁਚੇਤ ਹੋ ਰਹੇ, ਅਸੀਂ ਸੰਗਤਾਂ ਸੁਚੇਤ ਹੋ ਰਹੀਆਂ ਵੀ ਸਾਨੂੰ ਕਿੱਧਰਲੇ ਪਾਸੇ ਤੋਰਤਾ। ਇਹਦੇ ਵਿੱਚ ਇੱਥੇ ਸਰਕਾਰਾਂ ਜ਼ਿੰਮੇਵਾਰ ਨੇ, ਉਹ ਨਹੀਂ ਚਾਹੁੰਦੀਆਂ ਸੱਚੇ ਗੁਰੂ ਦੀ ਗੱਲ ਹੋਵੇ। ਉੱਥੇ ਗੁਰੂ ਡੰਮ ਵੀ ਬੜਾ ਵੱਡਾ ਜ਼ਿੰਮੇਵਾਰ ਆ, ਉਹ ਵੀ ਆਪਣੇ ਡੇਰਿਆਂ ਨਾਲ ਜੁੜਿਆ ਹੋਇਆ ਲੋਕਾਂ ਦੇ ਵਾਸਤੇ ਸੋਚਦਾ ਵੀ ਇਹਨਾਂ ਨੂੰ ਇਹ ਸੱਚੇ ਗੁਰੂ ਵਾਲੀ ਜਿਹੜੀ ਮੱਖਣ ਸ਼ਾਹ ਲਬਾਣਾ ਜੀ ਨੇ ਗੱਲ ਕੀਤੀ ਸੀ, ਬਾਬਾ ਮੱਖਣ ਸ਼ਾਹ ਲਬਾਣੇ, ਉਹ ਗੱਲ ਤਾਂ ਪਤਾ ਨਾ ਲੱਗੇ ਤੇ ਸੱਚੇ ਵਾਲੇ ਪਾਸੇ ਨਾ ਤੁਰ ਜਾਣ, ਕਦੇ ਸਾਡੇ ਡੇਰੇ ਨਾ ਖਾਲੀ ਹੋ ਜਾਣ। ਕਿਉਂਕਿ ਉਦੋਂ ਏਦਾਂ ਹੀ ਹੋਇਆ ਸੀ। ਗੁਰੂ ਪਾਤਸ਼ਾਹ ਇਹ ਜਦੋਂ ਚੱਲਦੇ ਹੋਏ ਇਹ ਗੁਰੂ ਕੇ ਸਿੱਖ ਪਹੁੰਚੇ, ਮਾਤਾ ਨਾਨਕੀ ਨੂੰ ਜਾ ਕੇ ਬੇਨਤੀ ਕੀਤੀ। ਉਹਨਾਂ ਨੇ ਵੀ ਕਿਹਾ ਵੀ ਠੀਕ ਆ, ਜੇ ਗੁਰੂ ਪਾਤਸ਼ਾਹ ਮਹਾਰਾਜ ਨੇ ਵਡਿਆਈ ਇਹਨਾਂ ਨੂੰ ਦੇਣੀ ਆ, ਕਿਉਂਕਿ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਵੀ ਹੁਕਮ ਕੀਤਾ ਸੀ ਕਿ ਸਮਾਂ ਆਵੇਗਾ ਤੁਹਾਡਾ ਪੁੱਤਰ ਗੁਰਤਾ ਗੱਦੀ ਦੇ ਉੱਤੇ ਬੈਠਾ ਹੋਵੇਗਾ। ਬਚਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਕਰਕੇ ਗਏ ਸਨ ਵੀ ਇਹਨਾਂ ਨੇ ਆਉਣਾ, ਸਮਾਂ ਇਹਨਾਂ ਦਾ ਆਉਣਾ ਵਾ, ਇਹਨਾਂ ਨੇ ਗੁਰਤਾ ਗੱਦੀ ਨੂੰ ਸੰਭਾਲਣਾ। ਇਹ ਤੇ ਬਚਪਨ ਤੋਂ ਜਦੋਂ ਗੁਰੂ ਪਾਤਸ਼ਾਹ ਜੀ ਪ੍ਰਗਟ ਹੋਏ ਨੇ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ, ਮੈਂ 2 ਗੱਲਾਂ ਅੱਗੇ ਵੀ ਤੁਹਾਨੂੰ ਸ਼ਾਇਦ ਕੀਤੀਆਂ ਸੀ ਵੀ 2 ਵਾਰਾਂ ਪ੍ਰਗਟ ਹੋਏ। ਇੱਕ ਵਾਰਾਂ ਤੇ ਪ੍ਰਗਟ ਹੋਏ ਅੰਮ੍ਰਿਤਸਰ ਦੀ ਧਰਤੀ ਤੇ ਜਿੱਥੇ ਗੁਰੂ ਪਾਤਸ਼ਾਹ ਨੇ ਅਵਤਾਰ ਧਾਰਿਆ, ਇੱਕ ਵਾਰ ਪ੍ਰਗਟ ਇੱਥੇ ਹੋਏ। ਜਦੋਂ ਗੁਰੂ ਪਾਤਸ਼ਾਹ ਨੇ ਅਵਤਾਰ ਧਾਰਿਆ ਸੀ ਤੇ ਉਦੋਂ ਹੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਜਦੋਂ ਦਰਸ਼ਨ ਕੀਤੇ ਸਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ, ਜਦੋਂ ਸੰਗਤਾਂ ਲੈ ਕੇ ਆਈਆਂ ਸੀ ਗੋਦ ਵਿੱਚ ਚੁੱਕ ਕੇ, ਤੇ ਗੁਰੂ ਕਹਿੰਦੇ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਨਮਸਕਾਰ ਕੀਤੀ ਸੀ, ਨਮਸਕਾਰ। ਔਰ ਭਾਈ ਬਿਧੀ ਚੰਦ ਜੀ ਨੇ ਸਵਾਲ ਕੀਤਾ ਸੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਵੀ ਗੁਰੂ ਨਾਨਕ ਦੀ ਜੋਤ ਦਾ ਸੀਸ ਕਿਸੇ ਦੇ ਅੱਗੇ ਝੁਕਦਾ ਨਹੀਂ। ਇਹ ਗੁਰੂ ਨਾਨਕ ਦੀ ਜੋਤ ਨਾ ਸਿੱਧਾਂ ਦੇ ਕੇ ਝੁਕੇ, ਨਾ ਪੰਡਤਾਂ ਦੇ ਕੇ ਝੁਕੇ, ਨਾ ਕਿਸੇ ਹੋਰ ਦੇ ਕੇ ਝੁਕੇ। ਇਹ ਇੱਕੋ ਵਾਰ ਝੁਕਦਾ ਉਦੋਂ ਜਦੋਂ ਕਿਸੇ ਨੂੰ ਗੁਰਤਾ ਗੱਦੀ ਦੇ ਉੱਤੇ ਬਿਰਾਜਮਾਨ ਕਰਨਾ ਹੋਵੇ। ਇਹ ਤੁਸੀਂ ਇਹਨਾਂ ਦੇ ਅੱਗੇ ਜਿਹੜਾ ਸੀਸ ਝੁਕਾਇਆ, ਇਹ ਮੱਥਾ ਟੇਕਦਾ, ਇਹ ਮੈਂ ਸਮਝਾਂ ਬਾਬਾ ਬਿਧੀ ਚੰਦ ਜੀ ਕਹਿਣ ਲੱਗੇ, ਭਾਈ ਬਿਧੀ ਚੰਦ ਜੀ ਸੀਨਾ ਗੁਰੂ ਕਾ ਸੀਨਾ, ਉਹ ਕਹਿਣ ਲੱਗੇ ਇਹਦਾ ਮੈਂ ਕੀ ਮਤਲਬ ਸਮਝਾਂ। ਤੇ ਕਹਿੰਦੇ ਉਸ ਸਮੇਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਬਚਨ ਕਹੇ ਸਨ, ਕਹਿੰਦੇ ਨੇ ਕਿ
ਧਰਮ ਰੱਖਿਅਕ ਤੇ ਸੰਕਟ ਹਰਨ, ਧਰਤੀ ਦਾ ਭਾਰ ਹੌਲਾ ਕਰਨ ਵਾਸਤੇ ਇਹ ਆਏ ਨੇ, ਬੜੇ ਭਾਰੀ ਪੁਰਖ ਹੋਣਗੇ। ਵਾਹ ਇਹ ਕੋਈ ਛੋਟੀ ਜੀ ਨਹੀਂ, ਜਿਸ ਕਰਕੇ ਇਹਨਾਂ ਦੀ ਮੈਂ ਉਸ ਅਵਸਥਾ ਨੂੰ ਦੇਖ ਕੇ ਇਹਨਾਂ ਦੇ ਸਿਜਦਾ ਕੀਤਾ, ਨਮਸਕਾਰ ਕੀਤੀ ਆ। ਜੋ ਕੁਝ ਕਰਨ ਵਾਸਤੇ ਆਏ ਉਹ ਵੱਖਰਾ ਹੀ ਹੋਵੇਗਾ, ਉਹ ਦੁਨੀਆ ਦੇ ਅੰਦਰ ਅਨੋਖਾ ਹੋਵੇਗਾ। ਇਹ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਬਚਨ ਸਨ। ਪਤਾ ਸੀ ਵੀ ਇਹਨਾਂ ਨੇ, ਤੇ ਉਹਨਾਂ ਨੇ ਮਾਤਾ ਨਾਨਕੀ ਗੁਰੂ ਤੇਗ ਬਹਾਦਰ ਜੀ ਦੇ ਮਾਤਾ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਮਹਿਲ ਉਹਨਾਂ ਨੂੰ ਬਚਨ ਕੀਤਾ ਸੀ ਵੀ ਇਹ ਬੈਠਣਗੇ ਗੁਰਤਾ ਗੱਦੀ। ਹੁਣ ਭਾਈ ਦਰਗਾਹ ਮੱਲ ਜੀ, ਭਾਈ ਗੁਰਦਿੱਤਾ ਬਾਬਾ ਬੁੱਢਾ ਜੀ ਦੀ ਵੰਸ਼ ਦੇ ਵਿੱਚੋਂ ਇਹ ਚੱਲ ਕੇ ਪਹੁੰਚ ਕੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ 11 ਅਗਸਤ ਵਾਲਾ ਦਿਨ ਹੈ ਜੀ 1664 ਈਸਵੀ। ਇਹ ਈਸਵੀ ਵੀ ਜ਼ਰੂਰ ਰੱਖਣਾ, ਯਾਦ ਰੱਖਣਾ ਚਾਹੀਦਾ। ਹਾਂਜੀ, ਉਦੋਂ ਪਹੁੰਚੇ ਤੇ ਫਿਰ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੂੰ ਬਕਾਇਦਾ ਜਿਵੇਂ ਗੁਰੂ ਨੂੰ ਗੁਰਤਾ ਗੱਦੀ ਦਿੱਤੀ ਜਾਂਦੀ ਸੱਚੇ ਪਾਤਸ਼ਾਹ ਮਰਦੇ ਸਮੇਂ ਤੋਂ, ਉਸੇ ਤਰ੍ਹਾਂ ਹੀ ਗੁਰੂ ਪਾਤਸ਼ਾਹ ਮਰ ਤਿਆਰ ਬਰ ਤਿਆਰ ਹੋ ਕੇ ਬੈਠੇ ਨੇ, ਬਿਰਾਜਮਾਨ ਹੋਏ ਨੇ। ਉਹ ਜਿਹੜੇ 5 ਪੈਸੇ ਨਾਰੀਅਲ ਲੈ ਕੇ ਆਏ ਸੀ ਉਹ ਗੁਰੂ ਪਾਤਸ਼ਾਹ ਦੇ ਕੇ ਭੇਟ ਕੀਤੇ। ਬਾਬਾ ਬੁੱਢਾ ਜੀ ਦੀ ਵੰਸ਼ ਦੇ ਵਿੱਚੋਂ ਭਾਈ ਗੁਰਦਿੱਤਾ ਜੀ, ਉਹਨਾਂ ਨੇ ਗੁਰਿਆਈ ਦੀ ਰਸਮ ਜਿਹੜੀ ਸੀ, ਕਿਉਂਕਿ ਬਾਬਾ ਬੁੱਢਾ ਜੀ ਦੀ ਵੰਸ਼ ਨੂੰ ਇਹ ਅਧਿਕਾਰ ਬਖਸ਼ਿਸ਼ ਕੀਤਾ ਗੁਰੂ ਨਾਨਕ ਦੇਵ ਪਾਤਸ਼ਾਹ ਨੇ। ਉਹਨਾਂ ਨੇ ਗੁਰਿਆਈ ਦੀ ਰਸਮ ਜਿਹੜੀ ਸੀ 11 ਅਗਸਤ ਵਾਲੇ ਦਿਨ ਜਿਹੜਾ ਹੈ, ਜਿੱਥੇ ਰੱਖੜ ਪੁੰਨਿਆ ਮੇਲਾ ਬਣਾਤਾ ਗਿਆ, ਇਹ ਤੇ ਗੁਰੂ ਪਾਤਸ਼ਾਹ ਮਹਾਰਾਜ ਨੂੰ ਉਹ ਤੋਂ ਗੁਰਤਾ ਗੱਦੀ ਅਸਲ ਦੇ ਵਿੱਚ ਬਖਸ਼ਿਸ਼ ਹੋਈ ਸੀ। ਉਸ ਤੋਂ ਅੱਗੇ ਚੱਲੀਏ, ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸੁਭਾਅ ਇਹੋ ਜਿਹਾ ਸੀ ਕਿ ਜਿਵੇਂ ਉਹ ਅਜੇ ਵੀ ਤਿਆਗ ਦੀ ਅਵਸਥਾ ਦੇ ਵਿੱਚ ਸੀ, ਅਜੇ ਵੀ ਆਪਣੇ ਆਪ ਨੂੰ ਗੁਰੂ ਸਦਵਾਉਣਾ ਜਾਂ ਚੇਲਿਆਂ ਦੇ ਕੋਲੋਂ ਪੈਸੇ ਮਾਇਆ ਇਕੱਠੀ ਕਰਨੀ, ਅਜੇ ਵੀ ਉਹਨਾਂ ਦੇ ਮਨ ਦੇ ਵਿੱਚ ਕੋਈ ਇਹੋ ਜਿਹੇ ਖਿਆਲ ਨਹੀਂ ਸੀ। ਕਿਉਂਕਿ ਅਗਲੇ ਪਾਸੇ ਆਪਾਂ ਨੂੰ ਪਤਾ ਲੱਗੇਗਾ। ਹਾਂਜੀ ਹਾਂਜੀ ਹਾਂ ਹਾਂਜੀ, ਮੈਂ ਸੌਰੀ, ਮਾਫ ਕਰਨ, ਗਿਆਨੀ ਭੁਪਿੰਦਰ ਸਿੰਘ ਹੋਣਾ ਕੋਈ ਹਾਜ਼ਰੀ ਲਵਾਉਣੀ ਆਪਾਂ। ਹਾਂਜੀ ਹਾਂਜੀ ਹਾਂਜੀ, ਦਿਲ ਨਹੀਂ ਕਰਦਾ ਤੁਹਾਡੇ ਕੋਲ ਸੁਣੀ ਜਾਈਏ। ਬੜਾ ਰੰਗ ਸਤਿਕਾਰਯੋਗ ਮੇਰੇ ਭਾਈ ਗੁਰਦਿੱਤਾ ਸਿੰਘ ਨੇ ਬੜਾ ਰੰਗ ਬੰਨਿਆ ਸੀ, ਬੜਾ ਮਜ਼ਾ ਆ ਰਿਹਾ ਸੀ। ਪਰ ਮੇਰੇ ਵੀ ਭੁਪਿੰਦਰ ਸਿੰਘ ਦਾ ਵੀ ਟਾਈਮ ਹੁੰਦਾ ਜਾਂਦਾ ਪਿਆ, ਤਕਰੀਬਨ ਆਪਣੇ ਕੋਲ 20-22 ਮਿੰਟ ਰਹਿ ਗਏ ਨੇ। ਤੇ ਮੈਂ ਭਾਈ ਆਪਣੇ ਭੁਪਿੰਦਰ ਸਿੰਘ ਨੂੰ ਜ਼ਰੂਰ ਬੇਨਤੀ ਕਰਾਂ, ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਮੈਂ ਟਾਈਮ ਘੱਟ ਲਵਾਂਗਾ, ਗਿਆਨੀਆਂ ਦੇ ਕੋਲ ਆਪਾਂ ਕਹਿੰਦੇ ਗਿਆਨੀ ਜੀ ਕੋਲ ਵਿਦਵਾਨ ਨੇ ਸੋਹਣੇ ਵੀਰ ਮੇਰੇ। ਭਾਈ ਭੁਪਿੰਦਰ ਸਿੰਘ ਜੀ, ਤੁਸੀਂ ਸੰਗਤਾਂ ਜ਼ਰੂਰ ਦੱਸੋ ਕਿ ਸੁਚੇਤ ਕਰੋਗੇ ਸੰਗਤਾਂ ਰੂਬਰੂ, ਤੁਹਾਨੂੰ ਪੂਰਾ ਯੂਰਪ, ਅਮਰੀਕਾ, ਕੈਨੇਡਾ ਔਰ ਪੂਰਾ ਇੰਗਲੈਂਡ ਤੁਹਾਨੂੰ ਸੁਣ ਰਿਹਾ ਕਿ ਰੱਖੜੀ ਦਾ ਸਾਡਾ ਤਿਉਹਾਰ ਹੈਗਾ। ਇਹ ਜੋ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੂੰ ਗੁਰਗੱਦੀ ਦਿੱਤੀ, ਗੁਰਿਆਈ ਦਾ ਜੋ ਤਿਲਕ ਦਿੱਤਾ, ਜਿਸ ਤਰ੍ਹਾਂ ਮੇਰੇ ਵੀਰ ਗਿਆਨੀ ਜੀ ਨੇ ਬਹੁਤ ਵਧੀਆ ਵਿਸਤਾਰ ਦੱਸਿਆ ਸੰਗਤ ਜੀ। ਬਾਬਾ ਮੱਖਣ ਸ਼ਾਹ ਲਬਾਣੇ ਗੁਰਲਾਦਰ ਦਿਵਸ ਮਨਾਇਆ ਜਾ ਰਿਹਾ, ਬਾਬਾ ਕਾਲੇ ਜੋੜ ਮੇਲਾ ਮਨਾਇਆ ਜਾ ਰਿਹਾ। ਇਹ ਰੱਖੜੀ ਦਾ ਕੋਈ ਸਾਡਾ ਇਤਿਹਾਸ ਹੈਗਾ। ਇਹ ਸੰਗਤਾਂ ਦੇ ਰੂਬਰੂ ਜੂ ਦੱਸੋ ਕਿ ਸੰਗਤਾਂ ਸੁਚੇਤ ਹੋਣ ਕਿ ਆਪਾਂ ਆਪਣਾ ਜੀਵਨ ਨੂੰ ਖਰਾਬ ਕਰਕੇ ਨਾ ਜਾਈਏ, ਆਪਣੇ ਜੀਵਨ ਨੂੰ ਸਫਲ ਬਣਾ ਕੇ ਜਾਈਏ, ਗੁਰੂ ਸਾਹਿਬ ਦੇ ਦਿੱਤੇ ਹੋਏ ਉਪਦੇਸ਼ ਨੂੰ ਆਪਣੇ ਹਿਰਦੇ 'ਚ ਵਸਾ ਕੇ ਜਾਈਏ, ਆਪਣਾ ਜੀਵਨ ਸਫਲ ਹੋਵੇ। ਹਾਂਜੀ ਭਾਈ ਭੁਪਿੰਦਰ ਸਿੰਘ। ਬਹੁਤ ਬਹੁਤ ਧੰਨਵਾਦ ਜੀ ਵੀਰ ਜੀ ਜਸਵਿੰਦਰ ਸਿੰਘ ਜੀ। ਗੁਰੂ ਕਿਆਂ ਪਿਆਰੀਆਂ ਗੁਰਸਿੱਖ ਸੰਗਤਾਂ, ਸਿੱਖ ਚੈਨਲ ਬੜੀ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹੈ। ਵੀਰ ਜੀ ਜਸਵਿੰਦਰ ਸਿੰਘ ਜੀ ਬੜੀ ਤਤਪਰਤਾ ਦੇ ਨਾਲ, ਬੜੀ ਸ਼ਿੱਦਤ ਦੇ ਨਾਲ ਪ੍ਰਚਾਰ ਵਿੱਚ ਜੁੜੇ ਹੋਏ ਹਨ। ਔਰ ਵੀਰ ਜੀ ਗੁਰਵਿੰਦਰ ਸਿੰਘ ਬਹੁਤ ਹੀ ਵਧੀਆ, ਜਿੰਨੀ ਤਾਰੀਫ ਕਰ ਲਈਏ ਉਨੀ ਘੱਟ ਹੈ। ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਆਪ ਜੀ ਨੂੰ ਸਾਰਾ ਇਤਿਹਾਸ ਕੜੀ ਦੇ ਨਾਲ ਕੜੀ ਜੋੜ ਕੇ ਤੇ ਨਾਲ ਸਾਧ ਸੰਗਤ ਵਿਸ਼ਲੇਸ਼ਣ ਕਰਕੇ ਜੋ ਇਤਿਹਾਸਕ ਗਾਥਾਵਾਂ ਤੋਂ ਸਾਨੂੰ ਸਿੱਖਿਆ ਮਿਲਦੀ ਹੈ, ਉਹ ਹਰ ਇੱਕ ਗੱਲ ਆਪ ਜੀ ਨੂੰ ਸਮਝਾ ਕੇ ਦੱਸ ਰਹੇ ਸਨ। ਕੋਈ ਜਿਹੜਾ ਸ਼ੱਕ ਸੁਭਾ ਜਿਹੜਾ ਨਾ ਕਿਸੇ ਵੀ ਕਿਸਮ ਦਾ ਉਹ ਰਹਿ ਨਾ ਜਾਏ। ਤੇ ਨਾਲੇ ਵੀਰ ਜੀ ਨੇ ਦੱਸਿਆ ਸਿਹਤ ਠੀਕ ਨਹੀਂ ਹੈ ਵੀਰ ਦੀ, ਕੌਮ ਦੀ ਜ਼ਿੰਮੇਵਾਰੀ ਵੱਡੀ ਦੇਖੋ, ਤੇ ਫਿਰ ਵੀ ਬੜਾ ਖੜਕਦਾ ਬੋਲ ਇਹਨਾਂ ਦਾ। ਵਾਹਿਗੁਰੂ ਹੋਰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਇਸੇ ਤਰ੍ਹਾਂ ਸਮਰੱਥਾ ਦੇਣ। ਤੋ ਗੁਰੂ ਰੂਪ ਖਾਲਸਾ ਜੀਓ, ਰੱਖੜੀ ਦਾ ਵੀਰ ਜੀ ਨੇ ਵੀ, ਗੁਰਵਿੰਦਰ ਸਿੰਘ ਹੁਣਾਂ ਨੇ ਵੀ ਸਪਸ਼ਟ ਕੀਤਾ ਹੈ, ਤੇ ਮੈਂ ਵੀ ਥੋੜਾ ਜਿਹਾ ਦੱਸਦਾ ਜਾਵਾਂ। ਕਿਉਂਕਿ ਰਾਖਾ ਏਕ ਹਮਾਰਾ ਸਵਾਮੀ, ਸਾਡੀ ਰੱਖਿਆ ਕਰਨ ਕੌਣ ਵਾਲਾ, ਸਾਰਿਆਂ ਦੀ ਰੱਖਿਆ ਕਰਨ ਵਾਲਾ ਕੌਣ ਹੈ? ਇੱਕ ਪਰਮਾਤਮਾ। ਉਹ ਇੱਕ ਪਰਮਾਤਮਾ ਸਾਡੀ ਰੱਖਿਆ, ਗੁਰ ਪੂਰਾ ਮੇਰੀ ਰਾਖ ਲਈ, ਗੁਰੂ ਪੂਰਾ ਸਾਡੀ ਦਾ ਹੈ, ਸੰਸਾਰ ਵਿੱਚ ਰੱਖਦਾ ਹੈ, ਪਰਲੋਕ ਦੇ ਵਿੱਚ ਰੱਖਦਾ ਹੈ। ਫਿਰ ਅਰਦਾਸ ਦੇ ਵਿੱਚ ਵੀ ਅਸੀਂ ਜਪਦੇ ਹਾਂ, ਕਹਿੰਦੇ ਰੱਖਣੀ ਹੈ ਮੱਤ ਦਾ ਰਾਖਾ, ਪੱਤ ਦਾ ਵੀ ਕਹਿੰਦੇ ਹਨ, ਮੱਤ ਦਾ ਪੱਤ ਦਾ ਰਾਖਾ ਉਹ ਵਾਹਿਗੁਰੂ। ਜੇ ਨੰਬਰ ਤੇ ਗੁਰੂ ਸਾਹਿਬ ਜੀ ਨੇ ਸਾਨੂੰ ਸ਼ਸਤਰਾਂ ਵਸਤਰਾਂ ਦੇ ਧਾਰਨੀ ਬਣਾਇਆ। ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਬਿਲਕੁਲ ਸਖਤ ਤਾਕੀਦ ਕਰ ਦਿੱਤੀ
ਕਿ ਸ਼ਸਤਰਾਂ ਨੂੰ ਵਿਸਾਰਨਾ ਨਹੀਂ, ਬਿਲਕੁਲ ਦੂਰ ਨਹੀਂ ਕਰਨਾ, ਆਪਣੀ ਇੱਜ਼ਤ ਦੀ ਰਾਖੀ ਆਪਣੀ ਜਾਨ ਦੇ ਆਏ ਤੇ ਆਪ ਕਰਨ, ਦੂਸਰੇ ਹੋਰ ਲੋੜਵੰਦ ਦੀ ਜਿਹਨੂੰ ਜ਼ਰੂਰ ਰੱਖਿਆ ਕਰਨੀ, ਅਨਿਆਂ ਤੋਂ, ਧੱਕੇਸ਼ਾਹੀ ਤੋਂ, ਜ਼ੁਲਮ ਤੋਂ ਉਹਦੀ ਰੱਖਿਆ ਕਰਨੀ। ਤੋ ਇਹ ਬਹੁਤ ਸਪਸ਼ਟ ਸਾਡਾ ਸਿੱਖ ਇਤਿਹਾਸ ਹੈ, ਗੁਰੂ ਕੀ ਬਾਣੀ ਹੈ, ਜਿਹੜੀ ਕਿਸੇ ਵੀ ਤਰ੍ਹਾਂ ਦੇ ਇਸ ਤਰ੍ਹਾਂ ਦਾ ਰੱਖੜੀ ਦਾ ਧਾਗੇ ਦਾ ਉਹ ਸੰਕੇਤ ਨਹੀਂ ਕਰਦੀ ਕਿ ਬੰਨਣ ਦੇ ਨਾਲ ਕੋਈ ਰੱਖਿਆ ਹੋ ਜਾਏਗੀ। ਕਈ ਕਹਿੰਦੇ ਜੀ ਆਹ ਰੱਖ ਬੰਨੀ ਹੈ, ਆ ਫਲਾਣੇ ਦੀ ਰੱਖ ਬੰਨੀ। ਉਹ ਰੱਖ ਤੇ ਸਾਨੂੰ ਸਾਰਿਆਂ ਨੂੰ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਜੀ ਦੀ ਹੈ, ਹੋਰ ਕਿਸੇ ਦੀ ਰੱਖ ਦੀ, ਧਾਗੇ ਦੀ, ਤਵੀਤ ਦੀ, ਕਾਲੇ ਦੀ, ਹਰੇ ਦੀ, ਲਾਲ ਦੀ, ਉਸ ਤਰ੍ਹਾਂ ਦੀ ਸਾਨੂੰ ਕੋਈ ਰੱਖ ਨਹੀਂ ਹੋ ਸਕਦੀ। ਵੀਰ ਜੀ ਨੇ ਇਤਿਹਾਸ ਬੜਾ ਪਿਆਰ ਦੇ ਨਾਲ ਛੇੜਿਆ। ਅੱਗੇ ਜੋ ਦੱਸ ਰਹੇ ਸਨ ਬਹੁਤ ਸੋਹਣੇ ਤਰੀਕੇ ਦੇ ਨਾਲ, ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਜ਼ਿਆਦਾ ਸਮਾਂ ਚਾਹੇ ਬਾਬਾ ਬਕਾਲਾ ਸਾਹਿਬ ਵਿਖੇ ਗੁਰੂ ਹਰਗੋਬਿੰਦ ਮਹਾਰਾਜ ਦੇ ਬਚਨਾਂ ਨਾਲ, ਪਿਤਾ ਜੀ ਦੇ ਬਚਨਾਂ ਨਾਲ ਗੁਜ਼ਾਰਦੇ ਹਨ, ਪਰ ਉਹਨਾਂ ਨੇ ਪ੍ਰਚਾਰ ਯਾਤਰਾਵਾਂ ਜਿਹੜੀਆਂ ਹਨ ਉਹ ਵੀ ਕੀਤੀਆਂ। ਗੁਰੂ ਹਰਕ੍ਰਿਸ਼ਨ ਮਹਾਰਾਜ ਨਾਲ, ਜਿਵੇਂ ਵੀਰ ਜੀ ਨੇ ਦੱਸਿਆ, ਦਰਗਾਹ ਮਲ ਜੀ ਦੀ ਉੱਥੇ ਧਰਮਸ਼ਾਲਾ ਦੇ ਅੰਦਰ ਬੜੇ ਮੁਖੀ ਗੁਰਸਿੱਖ ਸਨ, ਲੁਬਾਣੇ ਗੁਰਸਿੱਖ ਸਨ ਇਹ ਵੀ। ਇਹਨਾਂ ਦੇ ਪਰਿਵਾਰ ਦੇ ਵਿੱਚੋਂ ਹੀ ਅੰਗੀ ਸੰਗੀ ਸਨ ਭਾਈ ਲੱਖੀ ਸ਼ਾਹ ਵਣਜਾਰਾ ਜੀ ਦੇ ਨਾਲ, ਉਹਨਾਂ ਦੇ ਨਾਲ ਮੇਲ ਵੀ ਹੋਇਆ, ਮਿਲ ਕੇ ਤੇ ਫਿਰ ਇੱਥੇ ਆਏ। ਤੇ ਫਿਰ ਜਦੋਂ ਪਹੁੰਚਦੇ ਆ ਇਹ ਪਤਾ ਲੱਗਦਾ ਹੈ ਕਿ ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਅਕਾਲ ਚਲਾਣਾ ਕਰਕੇ ਜੋਤੀ ਜੋਤ ਸਮਾ ਗਏ ਹਨ। ਤੇ ਉਹਨਾਂ ਨੇ ਬੜਾ ਅਫਸੋਸ ਵੀ ਜ਼ਾਹਰ ਕੀਤਾ ਕਿ ਹੁਣੇ ਤੇ ਅਜੇ ਥੋੜੇ ਦਿਨ, ਕੁਝ ਦਿਨ ਪਹਿਲਾਂ ਮਿਲ ਕੇ ਆਏ ਹਾਂ, ਤੇ ਇਹ ਪਿੱਛੋਂ ਵਾਹਿਗੁਰੂ ਜੀ ਦਾ ਕੀ ਬੁਲਾਵਾ ਆ ਗਿਆ ਕਿ ਉਹਨਾਂ ਨੂੰ ਜੋਤੀ ਜੋਤ ਸਮਾਉਣਾ ਪਿਆ। ਇਹ ਸਾਰੇ ਗੱਲਾਂ ਜਿਹੜੀਆਂ ਵਿਚਾਰਾਂ ਸਨ, ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਜਾਣਦੇ ਸਨ। ਲੇਕਿਨ ਜਿਵੇਂ ਅਸੀਂ ਜਾਣਦੇ ਹਾਂ ਕਿ ਮਹਾਰਾਜ ਜੀ ਤੇਗ ਬਹਾਦਰ ਸਾਹਿਬ ਤੇ ਤਿਆਗ ਮੱਲ, ਤਿਆਗ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ ਵੈਰਾਗ ਹੈ ਤੇ ਤਿਆਗ ਹੈ। ਵੈਰਾਗ ਨਾਲ ਤੇ ਤਿਆਗ ਨਾਲ ਇੰਨਾ ਕੁ ਭਰੇ ਹੋਏ ਹਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ। ਆਪ ਗੁਰੂ ਹੁੰਦਿਆਂ ਕਿਸੇ ਦੇ ਉੱਤੇ ਹੱਕ ਨਹੀਂ ਜਤਾਉਂਦੇ, ਕਿਸੇ ਦਾ ਵੀ ਉਹ ਦਿਲ ਨਹੀਂ ਦਿਖਾਉਂਦੇ, ਚਾਹੇ ਮਹਾਰਾਜ ਜੀ ਸਾਰਾ ਕੁਝ ਜਾਣਦੇ ਬੁੱਝਦੇ ਹਨ। ਜਦੋਂ ਇਹ ਸਾਰੀਆਂ ਸੰਗਤਾਂ ਇਸ ਤਰ੍ਹਾਂ ਦੀ ਕੁਰਲਾਹਟ ਫੈਲ ਗਈ, ਗੁਰੂ ਦੀਆਂ ਸੰਗਤਾਂ ਤੇ ਇੱਕ ਘੜੀ ਕੱਢਦੀਆਂ, ਗੁਰੂ ਨਾਨਕ ਦੇ ਮਹਾਰਾਜ ਜੀ ਜੋਤੀ ਜੋਤ ਸਮਾ ਜਾਂਦੇ ਹਨ। ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਬਿਰ ਦੇ ਵਿੱਚ ਹੀ ਖਡੂਰ ਸਾਹਿਬ ਜੀ ਆ ਕੇ ਬੈਠ ਜਾਂਦੇ ਨੇ, ਆਪਣੇ ਆਪ ਨੂੰ ਸੰਕੋਚ ਲੈਂਦੇ ਹਨ, ਕੁੰਡਾ ਤੱਕ ਮਾਰ ਲੈਂਦੇ ਨੇ, ਤੇ ਮਾਈ ਵਿਰਾਈ ਜੀ ਨੂੰ ਦੱਸਣੋਂ ਨਾ ਵੀ ਕਰ ਦਿੰਦੇ ਨੇ। ਤੇ ਸੰਗਤਾਂ ਕੁਝ ਦਿਨਾਂ ਦਾ ਵਿਛੋੜਾ ਨਹੀਂ ਸਹਿ ਸਕੀਆਂ ਤੇ ਵਿਆਕੁਲ ਹੋ ਗਈਆਂ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਬਾਬਾ ਦਾਤੂ ਜੀ ਦੇ ਗੁੱਸੇ ਦੇ ਨਾਲ ਉਹਨਾਂ ਨੇ ਲੱਤ ਮਾਰੀ ਤੇ ਆਪ ਮਲਕੜੇ ਦੇ ਨੇ ਮਹਾਰਾਜ ਆਪਣੇ ਨਗਰ ਬਾਸਰ ਕੇ ਕੁੰਡਾ ਮਾਰ ਕੇ ਬੈਠ ਗਏ, ਬਾਹਰ ਲਿਖ ਵਜੇ ਤੱਕ ਕੋਈ ਕੁੰਡਾ ਨਾ ਖੋਲੇ। ਸਾਰੇ ਗੁਰੂ ਸਾਹਿਬਾਨ ਗੁਰੂ ਤੇਗ ਬਹਾਦਰ ਜੀ ਤੇ ਜ਼ਿਆਦਾ ਸਨ। ਤੋ ਉਦੋਂ ਵੀ ਬਾਬਾ ਬੁੱਢਾ ਸਾਹਿਬ ਜੀ ਨੇ, ਖਡੂਰ ਸਾਹਿਬ ਜੀ ਵੀ ਬਾਬਾ ਬੁੱਢਾ ਸਾਹਿਬ ਜੀ ਨੇ, ਉੱਥੇ ਵੀ ਬਾਸਰ ਕੇ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਕਿਰਪਾ ਕੀਤੀ, ਸੰਗਤਾਂ ਦੀ ਬੇਬਲਤਾ ਨੂੰ ਦੂਰ ਕੀਤਾ, ਗੁਰੂ ਦੀਆਂ ਸੰਗਤਾਂ ਦੇ ਨਾਲ ਮਿਲਾਪ ਕੀਤਾ, ਗੁਰੂ ਦਰਸ਼ਨਾਂ ਦੇ ਉੱਥੇ ਵਿੱਚ ਵਿਚੋਲੇ ਬਣੇ ਤੇ ਅੰਦਰ ਗਏ। ਤੇ ਹੁਣ ਆਸੇ ਪਾਸੇ ਉੱਥੇ ਪ੍ਰਚਾਰ ਡੰਬੀਆਂ ਦਾ ਇੰਨਾ ਫੈਲ ਗਿਆ। ਸੰਗਤ ਜੀ, ਅਸੀਂ ਜਦੋਂ ਫਸਲ ਬੀਜਦੇ ਹਾਂ, ਜ਼ਿਮੀਂਦਾਰ ਬਹੁਤ ਸਾਰੇ ਹੋਣਗੇ, ਫਸਲ ਬੀਜਦੇ ਹਾਂ, ਕਣਕ ਦੀ ਬੀਜੀ ਹੈ ਜਾਂ ਹੁਣ ਝੋਨੇ ਦਾ ਮੌਸਮ ਹੈ, ਤੇ ਜਿਹੜਾ ਨਦੀਨ ਹੁੰਦਾ ਨਾ ਪਿਆਰਿਓ, ਉਹ ਨਦੀਨ ਫਸਲ ਦੇ ਨਾਲੋਂ ਵੀ ਸਿਰ ਕੱਢਵਾ ਹੁੰਦਾ ਹੈ। ਨਦੀਨ ਨਹੀਂ ਅਸੀਂ ਬੀਜਦੇ, ਫਸਲ ਬੀਜਦਾ ਜੱਟ ਜ਼ਿਮੀਂਦਾਰ ਕਿਸਾਨ, ਲੇਕਿਨ ਨਦੀਨ ਆਪਣੇ ਆਪ ਉਗਾਉਂਦਾ ਤੇ ਫਸਲ ਦੇ ਨਾਲੋਂ ਜ਼ਿਆਦਾ ਤੰਦਰੁਸਤ ਲੱਗਦਾ ਤੇ ਉਹਦੇ ਨਾਲੋਂ ਜ਼ਿਆਦਾ ਉੱਚਾ ਦਿਖਾਈ ਦਿੰਦਾ। ਕਦੀ ਕਿਤੇ ਮੌਕਾ ਮਿਲੇ ਤੇ ਖੇਤਾਂ ਵੱਲ ਧਿਆਨ ਗੇੜਾ ਮਾਰਨ ਦਾ ਤੇ ਦੇਖਿਓ। ਬਸ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਜੀ ਆਪ ਉਹ ਤੇ ਅੰਤਰ ਧਿਆਨ ਹਨ, ਤਿਆਗੀ ਹਨ, ਆਪਣਾ ਆਪ ਲਿਖਾ ਨਹੀਂ ਰਹੇ, ਪਰ ਜਿਹੜੇ ਦੰਭੀ ਸਨ, ਪਖੰਡੀ ਸਨ, ਉਹ ਹੋਰ ਉੱਚੇ ਹੋ ਕੇ, ਹੋਰ ਜ਼ਿਆਦਾ ਫੈਲਰ ਕੇ, ਆਪਣੇ ਆਪ ਨੂੰ ਲਿਸ਼ਕਾ ਪਸ਼ਕਾ ਕੇ, ਮਿੱਠੀਆਂ ਮਿੱਠੀਆਂ ਚੋਪੀਆਂ ਗੱਲਾਂ ਕਰਕੇ ਉਹ ਤਾਂ ਬਾਬਾ ਬਕਾਲਾ ਸਾਹਿਬ ਵਿਖੇ ਪਹੁੰਚਣੀਆਂ ਸ਼ੁਰੂ ਹੋ ਗਈਆਂ। ਤੇ ਉਹ ਪਰ ਜਿਹੜਾ ਉਸ ਵੇਲੇ ਫੈਲ ਹੋਇਆ ਸੀ ਤੇ ਉਹ ਕੋਈ ਪਤਾ ਨਹੀਂ ਲੱਗ ਰਿਹਾ ਸੀ ਅਸਲ ਦੇ ਵਿੱਚ ਗੁਰੂ ਸਾਹਿਬ ਜੀ ਨੂੰ ਗੁਰਤਾ ਨਹੀਂ ਅਜੇ ਤੱਕ ਮਿਲੀ ਸੀ। ਜਿਵੇਂ ਵੀਰ ਜੀ ਨੇ ਦੱਸਿਆ ਕਿ 4.5 ਮਹੀਨੇ ਦਾ ਸਮਾਂ ਲੰਘ ਗਿਆ ਤੇ ਇਸ ਚੀਜ਼ ਦਾ ਫਾਇਦਾ ਉਹਨਾਂ ਨੇ ਉਠਾਇਆ, ਗੁਰੂ ਸਾਹਿਬ ਜੀ ਦੇ ਤਿਆਗ ਦਾ ਫਾਇਦਾ ਉਠਾਇਆ, ਉਹਨਾਂ ਦੀ ਸ਼ਾਂਤੀ ਤੇ ਵੈਰਾਗ ਦਾ ਫਾਇਦਾ ਉਠਾਇਆ, ਉਹਨਾਂ ਨੇ ਲਾਹਾ ਉਠਾਇਆ। ਤੋ ਸਾਰਾ ਕੁਝ ਜਾਣਦੇ ਬੁੱਝਦੇ ਨੇ, ਲੇਕਿਨ ਉਹ ਲਾਭ ਉਠਾ ਰਹੇ ਨੇ। ਧੀਰਮਲ ਜੀ ਇਹਨਾਂ ਸਾਰਿਆਂ ਵਿੱਚੋਂ ਜ਼ਿਆਦਾ ਸਿਰ ਕੱਢਵੇਂ ਸਨ। ਇਹ ਵੀ ਕਰਮ ਸਿੰਘ ਹਿਸਟੋਰੀਅਨ, ਉਹ ਤੇ ਇੱਥੋਂ ਤੱਕ ਵੀ ਕਹਿੰਦਾ ਹੈ
ਪਹਿਲਾਂ ਤੇ ਧੀਰਮਲ ਗੁਰੂ ਸਾਹਿਬ ਜੀ ਨੂੰ ਚਾਚਾ ਜੀ ਕਹਿ ਕੇ ਬੜਾ ਸਤਿਕਾਰ ਦਿੰਦਾ ਸੀ। ਪਰ ਜਦੋਂ ਹਕੂਮਤ ਦੀ ਔਰੰਗਜ਼ੇਬ ਤੱਕ ਦੀ ਵੀ ਉਹਨੂੰ ਪਹੁੰਚਦਾ ਥੋੜਾ ਜਿਹਾ ਸਹਾਰਾ ਮਿਲ ਗਿਆ, ਜਿਵੇਂ ਰਾਮ ਰਾਜ ਹੋਇਆ, ਇਸੇ ਤਰ੍ਹਾਂ ਧੀਰਮਲ ਨੂੰ ਵੀ ਜਦੋਂ ਉਹਦੇ ਅਹਿਲਕਾਰਾਂ ਨੇ ਆ ਕੇ ਥੋੜਾ ਜਿਹਾ ਹਕੂਮਤ ਦਾ ਇਰਾਦਾ ਦੱਸਿਆ, ਜਦੋਂ ਪਿੱਠ ਉੱਤੇ ਹਕੂਮਤ ਆ ਕੇ ਖੜੋਗੀ ਤੇ ਉਹ ਜ਼ਿਆਦਾ ਆਪਣਾ ਹਿਲਾਉਣ ਲੱਗ ਗਏ। ਨਹੀਂ ਤੇ ਉਹਦੀ ਕੋਈ ਹਿੰਮਤ ਨਹੀਂ ਸੀ ਤੇ ਉਹ ਜ਼ਿਆਦਾ ਹੱਕ ਜਤਲਾਉਣ ਲੱਗ ਗਿਆ। ਉਹ ਧੀਰਮਲ ਸਾਰਿਆਂ ਤੋਂ ਅੱਗੇ ਹੈ। ਹੁਣ ਇਸ ਸਮੇਂ ਦੇ ਵਿੱਚ ਗੁਰੂ ਜੀ ਨੇ ਸੇਵਾ ਲੈਣੀ ਹੈ। ਪਤਾ ਨਹੀਂ ਕਿਹੜੇ ਗੁਰਸਿੱਖ ਦੇ ਉੱਤੇ ਸੀਸ ਦੇ ਉੱਤੇ ਹੱਥ ਰੱਖ ਕੇ ਕੀ ਕੌਤਕ ਵਰਤਾ ਕੇ ਗੁਰੂ ਸਾਹਿਬ ਜੀ ਨੇ ਕਿਹਦੇ ਤੋਂ ਸੇਵਾ ਲੈ ਲੈਣੀ ਹੈ। ਸਾਧ ਸੰਗਤ, ਇਹ ਆਪਾਂ ਨਹੀਂ ਜਾਣਦੇ, ਇਹ ਗੁਰੂ ਕੀਆਂ ਬਾਤਾਂ ਹਨ। ਕਰਤੇ ਕੀ ਮਿਤ ਕਰਤਾ ਜਾਣੈ, ਕੈ ਜਾਣੈ ਗੁਰ ਸੂਰਾ। ਤੇ ਉਹਨੂੰ ਮਹਿਮਾ ਦੇਣੀ ਹੈ। ਸਾਹਿਬ ਹੱਥ ਵਡਿਆਈਆਂ ਜੈ ਭਾਵੇਂ ਤੈ ਦੇ। ਬਾਬਾ ਮੱਖਣ ਸ਼ਾਹ ਜੀ ਨੂੰ, ਅੱਛਾ ਇਸ ਤੋਂ ਪਹਿਲਾਂ ਬਾਬਾ ਮੱਖਣ ਸ਼ਾਹ ਜੀ ਤੇ ਇਹਨਾਂ ਦੇ ਪਿਤਾ ਜੀ ਦੇਸੂ ਰਾਜ ਜੀ, ਨਾਇਕ ਵੀ ਉਹਨਾਂ ਨੂੰ ਕਿਹਾ ਜਾਂਦਾ ਸੀ, ਨਾਇਕ ਮੋਹਰੇ ਲੱਗਦਾ ਸੀ ਕਿਉਂਕਿ ਉਹ ਵੀ ਵਪਾਰੀ ਸਨ। ਉਸ ਤੋਂ ਬਾਅਦ ਮੱਖਣ ਸ਼ਾਹ ਜੀ ਉਹ ਵਪਾਰੀ ਹੋਏ। ਤਾਂ ਨਾਇਕ ਸੀ ਜਿਹੜਾ ਵਪਾਰੀਆਂ ਦੇ ਕਾਫਲੇ ਦਾ ਮੋਹਰੀ ਹੁੰਦਾ ਸੀ, ਮੋਢੀ ਹੁੰਦਾ ਸੀ, ਕਾਫਲੇ ਦੀ ਰਹਿਨਮਾਈ ਕਰਦਾ, ਉਹਨੂੰ ਨਾਇਕ ਕਿਹਾ ਜਾਂਦਾ ਸੀ, ਮੁਖੀ ਕਿਹਾ ਜਾਂਦਾ ਸੀ। ਤੋ ਨਾਇਕ ਦੇਸੂ ਰਾਜ ਜੀ ਉਹ ਬੜੇ ਸਿਰ ਕੱਢਵੇਂ ਗੁਰਸਿੱਖ ਸਨ। ਕਈ ਤੇ ਇਹ ਵੀ ਕਹਿੰਦੇ ਹਨ ਕਿ ਆਪਣੇ ਇਲਾਕੇ ਦੇ ਕਾਠੀਆਵਾੜ ਗੁਜਰਾਤ ਦੇ ਉਹ ਮਸੰਦ ਵੀ ਸਨ, ਜ਼ਿੰਮੇਵਾਰ ਗੁਰਸਿੱਖ ਸਨ। ਕੁਝ ਵਿਦਵਾਨਾਂ ਨੇ ਲਿਖਿਆ ਕਿ ਉਹਨਾਂ ਦੀ ਰਿਹਾਇਸ਼ ਜਿਹੜੀ ਹੈ ਬਾਬਾ ਮੱਖਣ ਸ਼ਾਹ ਜੀ ਇਹਨਾਂ ਦੇ ਪਿਤਾ ਪੁਰਖਿਆਂ ਦੀ ਸਾਰਿਆਂ ਦੀ ਕਾਠੀਆਵਾੜ ਗੁਜਰਾਤ ਵਿੱਚ ਸੀ। ਕੁਝ ਨੇ ਮੁਜ਼ੱਫਰਨਗਰ ਕਸ਼ਮੀਰ ਦੇ ਵਿੱਚ ਵੀ ਲਿਖੀ ਹੈ। ਇਹਦਾ ਕਾਰਨ ਹੋ ਸਕਦਾ ਹੈ ਬਾਬਾ ਜੀ ਦਾ ਵਪਾਰ ਬਹੁਤ ਫੈਲਿਆ ਹੋਇਆ ਸੀ ਤੇ ਗੁਰੂ ਨਾਨਕ ਦੇਵ ਮਹਾਰਾਜ ਸਮੇਂ ਤੋਂ ਹੀ ਲਵਾਣਿਆਂ ਵਣਜਾਰਿਆਂ ਦਾ ਜਿਹੜਾ ਸੰਬੰਧ ਹੈ ਗੁਰੂ ਘਰ ਦੇ ਨਾਲ ਰਿਹਾ। ਜੇ ਆਪਾਂ ਨਾਮ ਲਈਏ ਪਹਿਲੇ ਗੁਰੂ ਕੇ ਵਣਜਾਰੇ ਲਵਾਣੇ ਵਪਾਰੀ ਗੁਰਸਿੱਖ ਦਾ, ਤੇ ਉਹ ਭਾਈ ਮਨ ਸੁਖ ਜੀ ਲਾਹੌਰ ਦੇ ਨਿਵਾਸੀ ਸਨ, ਜਿਹੜੇ ਬਹੁਤ ਵੱਡੇ ਦੁਕਾਨਦਾਰ ਸਨ। ਤੋ ਇੱਕ ਹੁੰਦੇ ਨੇ ਵਪਾਰ ਕਰਦੇ ਨੇ ਦੁਕਾਨ ਤੇ ਬੈਠ ਕੇ, ਤੇ ਇੱਕ ਹੁੰਦੇ ਨੇ ਵਣਜਾਰੇ ਤੁਰ ਫਿਰ ਕੇ ਉਹ ਵਪਾਰ ਕਰਦੇ ਹਨ। ਬੜੇ ਇਸ ਤਰ੍ਹਾਂ ਦੇ ਅੱਜ ਵੀ ਹੁੰਦੇ ਨੇ ਵਣਜਾਰੇ, ਛੋਟੇ ਛੋਟੇ ਵਪਾਰੀ, ਵੱਡੇ ਵਪਾਰੀ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਆਉਂਦੇ ਹਨ, ਲੋੜ ਦੇ ਹਿਸਾਬ ਦੇ ਨਾਲ ਚੀਜ਼ਾਂ ਵੇਚ ਜਾਂਦੇ ਹਨ। ਉਹਨਾਂ ਸਮਿਆਂ ਦੇ ਉੱਤੇ ਤੇ ਹੋਰ ਵੀ ਜ਼ਿਆਦਾ ਸੀ, ਜਦੋਂ ਚੀਜ਼ਾਂ ਦੀ ਬਹੁਤਾਤ ਨਹੀਂ ਸੀ, ਸ਼ਹਿਰ ਦੂਰ ਦੁਰਾਡੇ ਸਨ, ਸਾਧਨ ਆਉਣ ਜਾਣ ਦੇ ਨਹੀਂ ਸਨ। ਉਦੋਂ ਵਣਜਾਰਿਆਂ ਦੀ, ਵਪਾਰੀਆਂ ਦੀ, ਛੋਟਿਆਂ ਦੀ, ਵੱਡਿਆਂ ਦੀ ਜ਼ਿਆਦਾ ਉਹਨਾਂ ਦੀ ਇੱਜ਼ਤ ਸੀ, ਉਹਨਾਂ ਨੂੰ ਸਤਿਕਾਰ ਨਾਲ ਦੇਖਿਆ ਜਾਂਦਾ। ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਜਦੋਂ ਉਦਾਸੀਆਂ ਕੀਤੀਆਂ, ਯਾਤਰਾਵਾਂ ਕੀਤੀਆਂ, ਪ੍ਰਚਾਰ ਦੌਰੇ ਕੀਤੇ, ਜਾਂਦਿਆਂ ਆਉਂਦਿਆਂ ਯਾਤਰਾਵਾਂ ਕਰਿਆ, ਬੜੀ ਵਣਜਾਰਿਆਂ ਦੇ ਮਿਲਾਪ ਵੀ ਹੁੰਦਾ ਰਿਹਾ। ਇਸੇ ਕਰਕੇ ਭੁਪਿੰਦਰ ਸਿੰਘ ਜੀ, ਬੜੇ ਭੁਪਿੰਦਰ ਸਿੰਘ ਜੀ, ਨੈਟ ਦੀ ਪ੍ਰੋਬਲਮ ਆਉਂਦੀ, ਕਿਸ ਤਰੀਕੇ ਨਾਲ ਨੈਟ ਸੈੱਟ ਕਰੋ। ਮੈਨੂੰ ਲੱਗ ਰਿਹਾ, ਆਵਾਜ਼ ਤੁਹਾਡੀ ਬਹੁਤ ਮੈਨੂੰ ਲੱਗ ਰਿਹਾ ਆਉਂਦੀ ਪਈ ਹੈ। ਹਾਂਜੀ ਹਾਂਜੀ, ਕੱਟੀ ਜਾ ਰਹੀ ਆਵਾਜ਼ ਵਣਜਾਰਿਆਂ। ਮੈਂ ਕੋਸ਼ਿਸ਼ ਕਰੀ ਦੇਖ ਕੇ। ਹਾਂਜੀ ਹਾਂਜੀ, ਇਸ ਸਮੇਂ ਸਤਿਕਾਰਯੋਗ ਭਾਈ ਭੁਪਿੰਦਰ ਸਿੰਘ ਜੀ, ਥੋੜੀ ਨੈਟ ਦੀ ਵਕਤ ਦੀ ਪ੍ਰੋਬਲਮ ਆ ਰਹੀ, ਬੜੀ ਗੁਰ ਕਿਰਪਾ ਕਰੇ। ਬਹੁਤ ਹੀ ਵਧੀਆ ਇਤਿਹਾਸ ਜਿਸਕਾ ਮੇਰਾ ਮੁੱਢ ਤੋਂ ਲਿਆ ਕਿ ਬਾਬਾ ਮੱਖਣ ਸ਼ਾਹ ਲਬਾਣੇ ਦੀ ਅੰਸ਼ਮਤ ਉਹਨਾਂ ਨੇ ਯਾਦ ਕਰ ਰਹੇ ਸਨ ਕਿ ਕਿੱਥੋਂ ਚੱਲੀ ਇਹ ਅੰਸ਼ਮਤ। ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਭਾਈ ਮਨਸੁਖ ਹੋਏ ਨੇ। ਉਹਨਾਂ ਗੁਰੂ ਨਾਨਕ ਪਾਤਸ਼ਾਹ ਨੂੰ ਜਦੋਂ ਕਹਿੰਦਾ ਸੀ, ਬਾਬਾ ਗਿਆ ਨਾ, ਭਾਈ ਭਕੀਰਤ ਸੀਗਾ, ਭਾਈ ਭੀਰ ਸੀਗਾ, ਮਰਦਾਨੇ ਦੀ ਲੜਕੀ ਦਾ ਵਿਆਹ ਵਾਸਤੇ ਜਦੋਂ ਚੂੜਾ ਲੈਣ ਗਿਆ ਤੇ ਚੂੜ ਸੁਨਿਆਰ ਨੂੰ ਕਹਿਣ ਲੱਗੇ, ਭਾਈ ਫਕੀਰਤ ਵੀ ਰਾਤ ਮੇਰੇ ਗੁਰੂ ਦਾ ਹੁਕਮ, ਮੇਰੇ ਫਕੀਰ ਦਾ, ਮੇਰੇ ਗੁਰੂ ਸਾਹਿਬ ਦਾ ਹੁਕਮ ਹੈ ਕਿ ਮੈਂ ਇੱਕ ਰਾਤ ਦੂਜੀ ਰਾਤ ਨਹੀਂ ਰਹਿਣਾ। ਕਹਿੰਦੇ ਕਿਉਂ? ਮਨਸੁਖ ਕਹਿੰਦਾ ਵੀ ਚਲੋ ਠੀਕ ਹੈ, ਚੂੜ ਇੱਕਦਮ ਚੂੜਾ ਤਿਆਰ ਕੀਤਾ, ਕਹਿੰਦਾ ਮੈਂ ਵੀ ਤੁਹਾਡੇ ਗੁਰੂ ਨੂੰ ਦਰਸ਼ਨ ਕਰਨੇ ਆ, ਜੇ ਤੁਹਾਡਾ ਗੁਰੂ ਨੇ ਮੈਨੂੰ ਪਛਾਣ ਲਿਆ ਨਾ, ਮੇਰਾ ਨਾਂ ਕੀ ਹੈ ਤੇ ਮੈਂ ਗੁਰੂ ਸਮਝ ਲਾਂਗੇ, ਜੇਕਰ ਨਾਂ ਨਾ ਪਛਾਣਿਆ ਤੇ ਫਿਰ ਮੈਂ ਨਹੀਂ ਗੁਰੂ ਸਮਝਦਾ। ਗੁਰੂ ਨਾਨਕ ਸਾਹਿਬ ਨੇ ਦੂਰੋਂ ਆਵਾਜ਼ ਮਾਰ ਲਈ, ਕਹਿੰਦੇ ਮਨਸੁਖ ਨਾਂ ਤੇਰਾ ਬੜਾ ਵਧੀਆ, ਕਿ ਤੇਰੀ ਮਨ ਨੂੰ ਆਤਮਾ ਨੂੰ ਸੁੱਖ ਹੈਗਾ, ਬਸ ਪੈ ਗਿਆ ਪੈਰੀ। ਉਸ ਤੋਂ ਬਾਅਦ ਮੇਰੇ ਵੀਰ ਜੀ ਭਾਈ ਭੁਪਿੰਦਰ ਸਿੰਘ ਦੱਸਦੇ ਸਨ ਕਿ ਜੋ ਵਣਜਾਰ ਹੈ, ਜੋ ਕੁੱਤਰ ਫਿਰ ਕੇ ਵਣਜਾਰ ਕਰਦੇ ਨੇ, ਜਾਂ ਜਿੰਨਾ ਮਤਲਬ ਵਪਾਰੀ, ਉਹਨਾਂ ਦੀ ਗੱਲਬਾਤ ਕਰ ਰਹੇ ਸਨ। ਸੰਗਤ ਜੀ, ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੂੰ ਜਿਹੜਾ ਵੀ ਕੋਈ ਯਾਦ ਕਰਦਾ ਹੈ, ਤੇਗ ਬਹਾਦਰ ਸਿਮਰਿਆ ਕਰਨ ਆਉਣ ਦੇ ਆਵੈ ਤਾਏ ਸਭ ਥਾਈ ਹੋਈ ਜੀ ਸਾਈ। ਗੁਰੂ ਤੇਗ ਬਹਾਦਰ ਸ਼ਖਸੀਅਤ ਮਹਾਰਾਜ ਇਹੋ ਜਿਹੀ ਹੈ ਕਿ ਦੁਨੀਆ ਪਾਸ ਸੰਸਾਰ ਵਿੱਚੋਂ ਕਿਸੇ ਦੇ ਦੋ ਜਗ੍ਹਾ ਤੇ ਸੰਸਕਾਰ ਨਹੀਂ ਦੱਸਣਗੇ, ਨਾ ਸੁਣੇ ਜਾਣਗੇ ਨਾ ਵੇਖੇ। ਇੱਕੋ ਇੱਕ ਸਾਡੀ ਮਹਾਨ ਸ਼ਖਸੀਅਤ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ, ਸੀਸ ਦਾ ਸੰਸਕਾਰ ਜੋ ਬਾਬੇ ਬਕਾਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਸੰਸਕਾਰ ਹੋਇਆ ਸੀ, ਤੇ ਧੜ ਦਾ ਸੰਸਕਾਰ ਲੱਖੀ ਸ਼ਾਹ ਵਣਜਾਰੇ ਆਪਣੇ ਘਰ ਨੂੰ ਅੱਗ ਲਾ ਕੇ ਕੀਤਾ ਸੀ।
ऐसे गुर को बल बल जाइए, आप मुक्त मोहि तारे, नारायण नमस्कार। गुरु तेग बहादुर पातशाह महाराज ਨੂੰ ਲੱਖ ਲੱਖ ਵਾਰੀ ਪ੍ਰਣਾਮ, ਲੱਖ ਲੱਖ ਵਾਰੀ ਪ੍ਰਣਾਮ। ਮੈਂ ਭਾਈ ਗੁਰਿੰਦਰ ਸਿੰਘ ਨੂੰ ਬੇਨਤੀ ਕਰਾਂ ਕਿ ਟਾਈਮ ਸਾਡੇ ਕੋਲ ਬਹੁਤ ਜਾਂਦਾ ਭੱਜਦਾ ਜਾਂਦਾ ਪਿਆ, 10 ਮਿੰਟ ਰਹਿ ਗਏ ਨੇ। ਆਪਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਪ੍ਰਗਟ ਕੀਤਾ, ਮੇਰੇ ਵੀਰ ਦੱਸਦੇ ਪਏ ਸਨ। ਇਹ ਤੁਸੀਂ ਬਹੁਤ ਸੋਹਣਾ ਲੈ ਕੇ ਆ ਰਹੇ ਸੀ ਭਾਈ ਭੁਪਿੰਦਰ ਸਿੰਘ ਜੀ। ਦੱਸਿਓ ਮਾੜਾ ਸੰਗਤਾਂ ਨੂੰ ਦੱਸਿਓ ਵੀ ਆਪਾਂ ਗੁਰੂ ਤੇਗ ਬਹੁਤ ਜਿਹੜਾ ਬਾਬੇ ਬਕਾਲੇ ਦਾ ਜੋੜ ਮੇਲਾ ਹੁੰਦਾ, ਇੱਕ ਰੱਖੜ ਪੁੰਨਿਆ ਕਿ ਜੋੜ ਮੇਲਾ, ਇਸ ਤੇ ਆਪਾਂ ਗੱਲਬਾਤ ਕਰਨੇ ਆ। ਭਾਈ ਗੁਰਿੰਦਰ ਸਿੰਘ। ਹਾਂਜੀ ਵਾਹਿਗੁਰੂ ਜੀ, ਬਹੁਤ ਵਧੀਆ ਗਿਆਨੀ ਭੁਪਿੰਦਰ ਸਿੰਘ ਵਿਚਾਰਾਂ ਦੀ ਸਾਂਝ ਪਾ ਰਹੇ ਸੀ ਕਿ ਜਿਵੇਂ ਇਹ ਵਣਜਾਰੇ ਲਬਾਣੇ ਪਰਿਵਾਰ ਜਿਹੜੇ ਗੁਰੂ ਮਹਾਰਾਜ ਦੇ ਸਿੱਖ ਬਣੇ, ਸੇਵਾ ਦੇ ਵਿੱਚ ਆਏ, ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੇ ਸਮੇਂ ਤੋਂ ਬੜੀ ਪੱਕੇ ਗੁਰਸਿੱਖੀ ਸੀ। ਗੁਰੂ ਮਹਾਰਾਜ ਦੇ ਚਰਨਾਂ ਦੇ ਨਾਲ ਬੜਾ ਵੱਡਾ ਪਿਆਰ, ਔਰ ਸ਼੍ਰੀਲੰਕਾ ਤੱਕ ਵਪਾਰ ਸੀ ਭਾਈ ਮਨਸੁਖ ਦਾ। ਤੇ ਉੱਥੇ ਜਦੋਂ ਜਾਂਦੇ ਨੇ ਤੇ ਉਹ ਗੁਰੂ ਮਹਾਰਾਜ ਨੂੰ ਪੁੱਛ ਕੇ ਜਾਂਦੇ ਨੇ ਕਿ ਗੁਰੂ ਜੀ ਉੱਥੇ ਹੁਣ ਜਾਣਾ ਮੈਂ, ਤੁਸੀਂ ਤੇ ਇੱਥੇ ਹੋ ਕੇ ਤੇ ਦੱਸੋ ਮੈਂ ਫਿਰ ਕਿਹਦਾ ਧਿਆਨ ਤਰਾਂ ਕੀ ਕਰਾਂ। ਤੇ ਕਹਿੰਦੇ ਬਕਾਇਦਾ ਗੁਰੂ ਜੀ ਨੇ ਸੁਬਾਹ ਸ਼ਾਮ ਦਾ ਨਿਤਨੇਮ ਦੇਖ ਕੇ ਤੇ ਸ਼ਬਦ ਲਿਖ ਕੇ ਦੇ ਕੇ ਉਹਨੂੰ ਭੇਜਿਆ ਵੀ ਏਦਾਂ ਸਵੇਰੇ ਉੱਠ ਕੇ ਤੇ ਸਿਮਰਨ ਕਰਨਾ, ਬੰਦਗੀ ਕਰਨੀ ਆ, ਪਾਣੀ ਪੜ੍ਹਨੀ ਆ ਜਿਹੜੀ ਦਿੱਤੀ ਤੈਨੂੰ, ਨਾਲ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਣੀ ਵਰਤਾਉਣੀ, ਇਸੇ ਤਰ੍ਹਾਂ ਸ਼ਾਮ ਨੂੰ ਵੀ ਕਰਨਾ। ਨਿਤਨੇਮ 2 ਵਕਤ ਦਾ ਉਹਨੂੰ ਬਖਸ਼ਿਸ਼ ਕੀਤਾ। ਉਹਦੇ ਭਰੋਸੇ ਦੇ ਉੱਤੇ ਉਹਨੇ ਬੜਾ ਵੱਡਾ ਉੱਥੇ ਕਾਰਜ ਕੀਤਾ ਸੀ ਭਾਈ ਮਨਸੁਖ ਹੋਣਾ ਨੇ, ਕਿ ਰਾਜੇ ਨੂੰ ਵੀ ਗੁਰੂ ਮਹਾਰਾਜ ਦੇ ਚਰਨਾਂ 'ਚ ਲੈ ਤਾ। ਰਾਜੇ ਸ਼ਬਨਾਬ ਨੂੰ ਬੜੀ ਵੱਡੀ ਗੱਲ ਸੀ। ਖੈਰ ਉਹ ਬੜਾ ਇਤਿਹਾਸ ਲੰਬਾ, ਕਿ ਬੜਾ ਪ੍ਰਚਾਰ ਵੀ ਕੀਤਾ ਭਾਈ ਮਨਸੁਖ ਜੀ ਹੋਣਾ ਨੇ। ਇਸੇ ਤਰ੍ਹਾਂ ਭਾਈ ਮੱਖਣ ਸ਼ਾਹ ਜੀ ਲੁਬਾਣਾ, ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ 11 ਅਗਸਤ ਤੋਂ ਬਾਅਦ ਵੀ ਉਹਨਾਂ ਨੇ ਆਪਣੀ ਅਵਸਥਾ ਆਮ ਹੀ ਉਹੋ ਜਿਹੀ ਰੱਖੀ ਕਿ ਕੋਈ ਗੱਦੀ ਲਾ ਕੇ ਬਹਿ ਕੇ ਮੱਥਾ ਟਿਕਾਉਣਾ, ਜਿਵੇਂ ਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਭੇਟਾਵਾਂ ਇਕੱਠੀਆਂ ਕਰਨਾ, ਇਧਰ ਦੇ ਪਾਸੇ ਜਿਵੇਂ ਕੋਈ ਲਾਲਸਾ ਨਹੀਂ ਸੀ। ਤਿਆਗ ਦੀ ਐਸੀ ਅਵਸਥਾ ਸੀ ਕਿ ਇੰਨਾ ਕੁਝ ਗੁਰਤਾ ਗੱਦੀ ਤੇ ਬੈਠ ਕੇ ਦੀਨ ਦੁਨੀਆ ਦੇ ਮਾਲਕ ਵੀ ਨੇ, ਪਰ ਉਧਰਲੇ ਪਾਸੇ ਦਾ ਖਿਆਲ ਹੀ ਨਹੀਂ ਕਿ ਮੈਂ ਪ੍ਰਚਾਰ ਕਰਾਂ ਵੀ ਮੈਂ ਗੁਰੂ ਆਂ, ਵੀ ਇਹਨਾਂ ਨੂੰ ਛੱਡ ਕੇ ਇੱਧਰ ਨੂੰ ਆਓ। ਹੁਣ ਇਸ ਤੋਂ ਬਾਅਦ ਕੀ ਹੋਇਆ ਹੈ ਕਿ ਭਾਈ ਮੱਖਣ ਸ਼ਾਹ ਜੀ ਲੁਬਾਣਾ ਬੜੇ ਸਤਿਕਾਰਯੋਗ ਸ਼ਖਸੀਅਤ, ਬੜੇ ਵੱਡੇ ਵਪਾਰੀ ਸੀ, ਬੜੇ ਵੱਡੇ। ਉਸ ਸਮੇਂ ਹਿੰਦੁਸਤਾਨ ਦੇ ਇਤਿਹਾਸ ਕਰਨ ਤੇ ਲਿਖਿਆ ਵੀ ਸਭ ਤੋਂ ਵੱਡੇ ਵਪਾਰੀ ਤੇ ਧਨਾੜ ਅਮੀਰਾਂ ਦੇ ਵਿੱਚ ਨਾਮ ਸੀ ਭਾਈ ਜੀ ਸਾਹਿਬ ਜੀ ਦਾ, ਭਾਈ ਮੱਖਣ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਦਾ। ਇਹਨਾਂ ਦੇ ਹੁਣ ਜਿਹੜਾ ਜਹਾਜ਼ ਹੈ, ਇਹ ਦਰਿਆਵਾਂ ਦੇ ਵਿੱਚ ਵੀ ਚੱਲਦੇ ਸਨ, ਸਮੁੰਦਰਾਂ ਦੇ ਵਿੱਚ। ਤੇ ਇੱਕ ਵਾਰ ਜਹਾਜ਼ ਇਹਨਾਂ ਦਾ ਬੜਾ ਵੱਡਾ ਬੇੜਾ ਜੋ ਲੱਦਿਆ ਹੋਇਆ ਸੀ ਬੜੇ ਭਾਰੀ ਸਮਾਨ ਦੇ ਨਾਲ, ਉਹ ਕਿਨਾਰੇ ਤੇ ਲੱਗਣ ਦੇ ਥਾਂ ਤੇ ਬਰੇਤੀ ਵੱਲ ਨੂੰ ਜਿਹੜਾ ਸੀ ਉਹਦੇ ਵਿੱਚ ਧੱਸਦਾ ਤੁਰਿਆ ਜਾ ਰਿਹਾ ਸੀ। ਜਿਵੇਂ ਬੇਨਤੀ ਕੀਤੀ ਕਿ ਇਹ ਪਰਿਵਾਰ ਜਿਹੜੇ ਸੀ, ਕੌਮ ਅੱਜ ਵੀ ਗੁਰੂ ਪਾਤਸ਼ਾਹ ਤੇ ਬੜੀ ਸ਼ਰਧਾ ਰੱਖਦੀ ਏ। ਉਸ ਸਮੇਂ ਭਾਈ ਤੋਂ ਬਾਅਦ ਵੀ ਬਾਣੀ ਦੇ ਨਾਲ ਜੁੜਿਆ ਹੋਇਆ ਪਰਿਵਾਰ ਜਿਹੜਾ ਸੀ, ਭਾਈ ਉਸ ਸਮੇਂ ਬਾਬਾ ਮੱਖਣ ਸ਼ਾਹ ਲੁਬਾਣੇ ਨੇ ਫਿਰ ਕੀ ਕੀਤਾ, ਕਹਿੰਦੇ ਜਪਜੀ ਸਾਹਿਬ ਜੀ ਦਾ ਪਾਠ ਕੀਤਾ। ਜਪਜੀ ਸਾਹਿਬ ਜੀ ਦਾ ਪਾਠ ਕਰਕੇ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਬੇਨਤੀ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਮੇਰਾ ਡੁੱਬਦਾ ਬੇੜਾ ਜਿਹੜਾ ਆਪ ਹੀ ਕਿਰਪਾ ਕਰਕੇ ਪਾਰ ਲਾਓ। ਅਰਦਾਸ ਦੇ ਵਿੱਚ ਬੜੀ ਵੱਡੀ ਸ਼ਕਤੀ ਆ, ਪਰ ਸਤਿਗੁਰੂ ਦੀ ਬਾਣੀ ਵੀ ਸਾਨੂੰ ਅਰਦਾਸ ਕਰਨ ਵਾਸਤੇ ਬੜਾ ਬਾਰ-ਬਾਰ ਪ੍ਰੇਰਦੀ ਆ। ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕਰੋ ਕਿ ਕੋਈ ਵੀ ਕਾਰਜ ਕੀਤਾ ਲੋੜੀਏ ਕੰਮ ਸੁਹਾਰ ਪਏ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ। ਕੋਈ ਵੀ ਕਾਰਜ ਕਰਨਾ ਉਸ ਤੋਂ ਪਹਿਲਾਂ ਵੀ ਸਿੱਖ ਅਰਦਾਸ ਕਰੇ, ਭਾਵੇਂ ਖੁਸ਼ੀ ਦਾ ਕਾਰਜ, ਭਾਵੇਂ ਕੋਈ ਘਰ ਬਣਾਉਣਾ, ਕੋਈ ਹੋਰ ਕਾਰਜ ਕਰਨਾ, ਕਿ ਗੁਰੂ ਮਹਾਰਾਜ ਤੁਸੀਂ ਸਹਾਈ ਹੋ ਮੇਰੇ ਕਾਰਜਾਂ ਦੇ ਵਿੱਚ। ਸੁਣੀ ਅਰਦਾਸ ਸੁਆਮੀ ਮੇਰੇ, ਆਪਾਂ ਇਹ ਵੀ ਕਹਿੰਦੇ ਵੀ ਗੁਰੂ ਰੱਬ ਅਰਦਾਸ ਸੁਣਦਾ ਵੀ ਹੈ, ਗੁਰਬਾਣੀ ਵਿੱਚ ਇਹ ਵੀ ਸ਼ਬਦ ਆਉਂਦਾ। ਤੇ ਉਹ ਜਦੋਂ ਸੁਣਦਾ ਵਾ ਤੇ ਫਿਰ ਸਾਰਾ ਕੁਝ ਠੀਕ ਹੋ ਜਾਂਦਾ। ਉਹ ਵਾਹਿਗੁਰੂ ਪ੍ਰਮਾਤਮਾ ਜੀ ਇੰਨੀ ਕਿਰਪਾ ਕਰਦੇ ਕਿ ਆਪ ਸਹਾਈ ਹੁੰਦੇ ਅਰਦਾਸ ਜਦੋਂ ਸੁਣਦੇ। ਭਗਤ ਧੰਨਾ ਸਾਹਿਬ ਕਹਿੰਦੇ ਗੋਪਾਲ ਤੇਰਾ ਆਰਤਾ, ਆਰਤਾ ਦਾ ਮਤਲਬ ਹੁੰਦਾ ਬੇਨਤੀ, ਬੇਨਤੀ ਅਰਦਾਸ। ਜੋ ਜਨ ਤੁਮਰੀ ਭਗਤ ਕਰਨ ਤੇ ਤਨ ਕੇ ਕਾਜ ਸਵਾਰਤਾ। ਇਹ ਆਪਣੇ ਸੇਵਕ ਕੀ ਆਪੇ ਰਾਖੇ, ਆਪੇ ਨਾਮ ਜਪਾਵੇ, ਜਹ ਜਹ ਕਾਜ ਕਿਰਤ ਸੇਵਕੀ, ਤਹਾਂ ਤਹਾਂ ਉਠਾਵੇ, ਸੇਵਕ ਕੋ ਨਿਕਟੀ ਹੋਈ ਦਿਖਾਵੇ, ਜੋ ਜੋ ਕਹੇ ਠਾਕਰ ਪੈ ਸੇਵਕ, ਤਤਕਾਲ ਹੋਏ ਆਵੇ। ਇੱਥੋਂ ਤੱਕ ਦੇ ਬਚਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ, ਸੱਚੀ ਗੁਰੂ ਪਾਤਸ਼ਾਹ ਦੀ ਬਾਣੀ ਦੇ ਅੰਦਰ ਦਰਜ ਆ ਕਿ ਉਹ ਕਿਵੇਂ ਸਹਾਈ ਹੁੰਦਾ ਆਪਣੇ ਤੇ ਭਰੋਸਾ ਕਰਨ ਵਾਲਿਆਂ ਸੇਵਕਾਂ। ਭਾਈ ਸਾਹਿਬ ਜੀ ਦਾ ਜਹਾਜ਼ ਕਿਨਾਰੇ ਤੇ ਲੱਗਿਆ ਤੇ ਉਸ ਸਮੇਂ ਕੁਝ ਮਨ ਦੇ ਵਿੱਚ ਜਿਵੇਂ ਸਿੱਖ ਕਹਿੰਦਾ ਵੀ ਮੈਂ ਇਹ ਭੇਟਾਵਾਂ ਜਿਹੜੀਆਂ ਗੁਰੂ ਦੇ ਦਰ ਤੇ ਦਸਵੰਧ ਤੇ ਭੇਟ ਕਰਨਾ ਹੀ ਆ, ਹੋਰ ਮੋਹਰਾਂ ਜਿਹੜੀਆਂ ਸੋਨੇ ਦੀਆਂ ਉਹ ਵੀ ਭੇਟ ਕਰਾਂਗੇ। 500 ਸੋਨੇ ਦੀ ਮੋਹਰ ਜਿਹੜੀ ਸੀ ਉਹ ਭੇਟ ਕਰਨ ਦਾ ਮਨ ਬਣਾ ਲਿਆ। ਤੇ ਪਤਾ ਕੀਤਾ ਵੀ ਗੁਰੂ ਪਾਤਸ਼ਾਹ ਇਸ ਸਮੇਂ
ਗੁਰਤਾ ਗੱਦੀ ਤੇ ਕੌਣ ਬੈਠੇ ਹੋਣਗੇ। ਉਸ ਸਮੇਂ ਕਹਿੰਦੇ ਕਿਸੇ ਨੇ ਕਿਹਾ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦਿੱਲੀ ਦੇ ਉੱਥੇ ਹੋਣਗੇ। ਜਦੋਂ ਉੱਥੇ ਗਿਆ ਤੇ ਉੱਥੇ ਪਤਾ ਲੱਗਿਆ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਤੇ ਜੋਤੀ ਜੋਤ ਸਮਾ ਚੁੱਕੇ ਸਤਿਗੁਰੂ ਪਾਤਸ਼ਾਹ ਜੀ, ਤੇ ਔਰ ਉਹਨਾਂ ਨੇ ਬਚਨ ਕੀਤਾ ਸੀ ਬਾਬਾ ਵਸੇ ਗ੍ਰਾਮ ਬਕਾਲੇ। ਤੇ ਇਧਰ ਨੂੰ ਬਕਾਲਾ ਸਾਹਿਬ ਦੀ ਧਰਤੀ ਨੂੰ ਜਿਹੜਾ ਸੀ, ਇਧਰ ਨੂੰ ਭਾਈ ਮੱਖਣ ਸ਼ਾਹ ਜੀ ਤੁਰ ਪਏ ਨੇ, ਨਾਲ ਉਹਨਾਂ ਦੇ ਬੱਚੇ ਨੇ, ਨਾਲ ਉਹਨਾਂ ਦੀ ਧਰਮ ਸੁਪਤਨੀ ਆ, ਔਰ ਨਾਲ ਉਹਨਾਂ ਦੇ ਸਿੱਖ ਸੇਵਕ ਨੇ, ਜਿਹੜਾ 500 ਬੰਦੇ ਦਾ ਕਾਫਲਾ, ਨਾਲ ਨੌਕਰ ਚਾਕਰ ਵੀ ਇੰਨੇ ਜ਼ਿਆਦਾ ਨਾਲ ਚੱਲ ਰਹੇ ਨੇ। ਇਹ ਤੋਂ ਪਤਾ ਲੱਗਦਾ ਕੋਈ ਆਮ ਸ਼ਖਸੀਅਤ ਨਹੀਂ ਬਾਬਾ ਮੱਖਣ ਸ਼ਾਹ ਜੀ ਲੁਬਾਣੇ, ਬੜੀ ਵੱਡੀ ਸ਼ਖਸੀਅਤ ਹੋਣਗੇ ਜਿਨ੍ਹਾਂ ਦੇ ਨਾਲ 500 ਸੇਵਕ ਨੌਕਰ ਚਾਕਰ ਜਿਨ੍ਹਾਂ ਦੇ ਨਾਲ ਚੱਲਦੇ ਪਏ ਨੇ। ਉਹ ਇੱਥੋਂ ਪਤਾ ਲੱਗਦਾ ਵੀ ਉਹ ਕਿੱਡੀ ਕੁ ਵੱਡੀ ਸ਼ਖਸੀਅਤ ਹੋਣਗੇ, ਕਿੱਡਾ ਵੱਡਾ ਕਾਰੋਬਾਰ ਦੇ ਮਾਲਕ ਹੋਣਗੇ। ਮੈਂ ਨਾ ਅਬਾਨੀਆਂ ਡਾਨੀਆਂ ਦੇ ਨਾਲ ਵੀ 500 ਬੰਦਾ ਨਹੀਂ, ਨੌਕਰ ਨਹੀਂ ਚੱਲਦਾ ਹੋਣਾ, ਉਹਨਾਂ ਦੇ ਨਾਲ ਵੀ ਇੰਨਾ ਵੱਡਾ ਕਾਫਲਾ ਨਹੀਂ, 500 ਬੰਦਾ ਕਰਮਚਾਰੀ ਜਿਹੜੇ ਉਹਨਾਂ ਦੇ ਨਾਲ ਅੰਗ ਰੱਖੀ ਜਾਂ ਕਹਿ ਲਓ ਕੁਛ ਵੀ, 500 ਆਦਮੀ ਨਾਲ ਇਹ ਤੁਰਤਿਆਂ ਹੋਇਆਂ ਬਕਾਲਾ ਸਾਹਿਬ ਦੀ ਧਰਤੀ ਤੇ ਆਏ। ਇੱਥੇ ਆਣ ਕੇ ਸਥਿਤੀ ਜਿਹੜੀ ਸੀ, ਜਦੋਂ ਆਣ ਕੇ ਡੇਰਾ ਲਾਇਆ, ਧੀਰ ਮੱਲੀਆਂ ਨੂੰ ਹੋਰ ਜਿਹੜੇ ਡੰਮੀ ਗੁਰੂ ਬੈਠੇ ਸੀ ਉਹਨਾਂ ਨੂੰ ਪਤਾ ਲੱਗਿਆ ਕਿ ਬੜਾ ਧਨਾੜ ਕੋਈ ਸਿੱਖ ਆਇਆ। ਇਹਨਾਂ ਨੇ ਆਪਣੇ ਜਿਹੜੇ ਸੀ ਆਦਮੀ ਭੇਜੇ, ਉਹਨਾਂ ਕੋਲ ਆਦਮੀ ਭੇਜੇ ਕਿ ਉਹਨਾਂ ਨੂੰ ਜਾ ਕੇ ਵੀ ਸੱਚਾ ਸਿੱਖ, ਸੱਚਾ ਗੁਰੂ ਜਿਹੜਾ ਹੈਗਾ, ਕੋਈ ਇਸ ਨੇ ਧੀਰ ਮੱਲ ਨੇ ਆਪਣਾ ਭੇਜਿਆ ਵੀ ਉਹ ਮੈਂ ਹੈਗਾ, ਦੂਜੇ ਨੇ ਆਪਣਾ ਭੇਜਿਆ ਵੀ ਨਹੀਂ ਉਹ ਨਹੀਂ ਹੈਗਾ, ਮੈਂ ਹੈਗਾ ਸੱਚਾ ਗੁਰੂ। ਇੱਧਰ ਪਿਟਾਵਾ ਚੜਾਓ, ਇੱਧਰ ਜੋ ਮਰਜ਼ੀ ਮੰਗੋ, ਉਹੀ ਕੁਝ ਮਿਲ ਜਾਂਦਾ। ਭਾਈ ਮੱਖਣ ਸ਼ਾਹ ਲੁਬਾਣਾ ਵੀ ਬੜਾ ਸੋਚਾਂ 'ਚ ਪਿਆ ਵੀ ਮੇਰਾ ਗੁਰੂ ਏਦਾਂ ਤੇ ਹੋ ਨਹੀਂ ਸਕਦਾ ਵੀ ਕਿਸੇ ਨੂੰ ਆ ਕੇ ਕਵੇ ਤੂੰ ਇੱਥੇ ਮੱਥਾ ਟੇਕੀ ਤੇ ਤੇਰਾ ਕੁਝ ਮੈਂ ਜਿਹੜਾ ਬੜਾ ਧਨ ਦੌਲਤ 'ਚ ਵਾਧਾ ਕਰ ਦੂੰ। ਇਹ ਤੇ ਸਿੱਖ ਦੀ ਭਾਵਨਾ, ਉਹ ਤੇ ਆਤਮਿਕ ਸੁੱਖ ਲੈਣ ਵਾਸਤੇ ਗੁਰੂ ਮਹਾਰਾਜ ਦੇ ਕੋਲ ਆਉਂਦਾ, ਤੇ ਧਨ ਦੌਲਤ ਦੀਆਂ ਗੱਲਾਂ ਕੁਝ ਬਾਤਾਂ ਕੁਝ ਹੁੰਦੀਆਂ ਨਹੀਂ। ਮੈਂ ਕੀ ਕਰਾਂ ਹੁਣ? ਉਹਨੇ ਇੱਕ ਵਿਚਾਰ ਬਣਾ ਲਈ। ਦੇਖੋ ਸਿਆਣਾ ਸਿੱਖ ਭਾਈ ਮੱਖਣ ਸ਼ਾਹ ਲੁਬਾਣਾ ਓਦਾਂ ਵੀ ਧਨਵਾਨ ਤੇ ਸ਼ਾਹੂਕਾਰ ਤੇ ਹੈ ਹੀ ਸੀ, ਪਰ ਸੋਚ ਦੇਖੋ ਕਿੱਡੀ ਵੱਡੀ ਮਹਾਨ ਸੀ। ਇੱਥੇ ਤੇ ਸਾਡੇ ਇੱਕ ਮਾੜੇ ਤੇ ਬਲਾਤਕਾਰੀ ਦੇ ਮਗਰ ਲੱਗ ਜਾਣ, ਉਹਦੇ ਮਗਰ ਹੀ ਤੁਰੇ ਜਾਂਦੇ ਆ। ਉਹਨੂੰ ਪਤਾ ਵੀ ਲੱਗ ਜੇ, ਅਦਾਲਤਾਂ ਵੀ ਸਿੱਧ ਕਰ ਦੇਣ, ਲੋਕ ਵੀ ਰੌਲਾ ਪਾ ਦੇਣ, ਤਾਂ ਵੀ ਛੱਡਣ ਨੂੰ ਤਿਆਰ ਨਹੀਂ। ਤੇ ਇੱਥੇ ਭਾਈ ਮੱਖਣ ਸ਼ਾਹ ਲੁਬਾਣਾ ਬੜੀ ਸ੍ਰੇਸ਼ਟ ਬੁੱਧੀ ਦਾ, ਉੱਚੀ ਬੁੱਧ ਦਾ ਮਾਲਕ ਸੀ। ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ, ਮੱਤ ਉੱਚੀ ਸੀ ਉਹਦੀ। ਉੱਚੀ ਬੁੱਧ ਵਾਲਾ ਜਿਹੜਾ ਸੀ, ਉਹਨੇ ਸੋਚਿਆ ਵੀ ਏਦਾਂ ਨਹੀਂ ਗੱਲ ਬਣਨੀ, ਆਪਾਂ ਤੇ ਕੋਈ ਪ੍ਰੀਖਿਆ ਜੀ ਰੱਖ ਲਈਏ ਵੀ 2 ਤੋਂ ਮੋਹਰਾਂ ਜੀਆਂ ਮੱਥਾ ਟੇਕ ਦਿੰਦੇ ਆ ਤੇ ਤੁਰੇ ਜਾਂਦੇ, ਦੇਖੋ ਕਿਤੇ ਨਾ ਕਿਤੇ ਤੇ ਪਤਾ ਲੱਗੂ ਕਹਾਣੀ ਕੀ ਆ। ਜਦੋਂ ਕਹਿੰਦੇ ਜਾ ਕੇ ਮੱਥਾ 2 ਮੋਹਰਾਂ ਟੇਕਦਾ, ਉਹ ਅਗਲੇ ਪਾਸੇ ਸਰੋਪਾ ਦਿੰਦੇ, ਧਨ ਦੌਲਤ ਵਿੱਚ ਵਾਧਾ ਹੋਵੇ, ਕਾਰੋਬਾਰ ਵਧੇ। ਮਨ ਨੂੰ ਕਿੱਥੇ ਪ੍ਰਸੰਨਤਾ ਆਵੇ ਕਿ ਇਹ ਮੇਰੇ ਗੁਰੂ ਦੇ ਬਚਨ, ਗੁਰੂ ਦੇ ਬੋਲ ਨਹੀਂ ਹੁੰਦੇ, ਮੇਰੇ ਗੁਰੂ ਦੇ ਬੋਲ ਵੱਖਰੇ ਨੇ। ਉਹ ਕੀ ਕਹਿੰਦਾ ਗੁਰੂ ਪਾਤਸ਼ਾਹ, ਗੁਰੂ ਮਹਾਰਾਜ ਕੀ ਦਿੰਦਾ? ਆਪਾਂ ਕਹਿੰਦੇ ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੀ। ਗੁਰੂ ਪਾਤਸ਼ਾਹ ਸੁਖਮਨੀ ਸਾਹਿਬ ਵਿੱਚ ਕਹਿੰਦੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ, ਗੁਰੂ ਨਾਮ ਧਨ ਦੀ ਗੱਲ ਕਰਦਾ। ਸਿੱਖਾ ਤੈਨੂੰ ਨਾਮ ਚਿੱਤੇ ਆਵੇ, ਰੱਬ ਦੀ ਬੰਦਗੀ ਨਾਲ ਜੁੜੇ। ਗੁਰੂ ਇਹ ਉਪਦੇਸ਼, ਇਹ ਅਸੀਸ ਬਖਸ਼ਦਾ ਆਪਣੇ ਸਿੱਖ ਨੂੰ, ਕਿਉਂਕਿ ਨਾਮ ਦੀ ਖੇਡ। ਗੁਰੂ ਤੇਗ ਬਹਾਦਰ ਦੀ ਬਾਣੀ ਦਾ ਇੱਕ ਸ਼ਬਦ ਪੜ੍ਹ ਲਓ, ਨਾਮ ਦੇ ਉੱਤੇ ਗੱਲ ਕੀਤੀ। ਸ਼ਲੋਕ ਪੜ੍ਹ ਲਓ ਉਹਨਾਂ ਦੇ ਜੋ ਅਖੀਰ ਤੇ ਉੱਤੇ ਬਾਣੀ ਵਿੱਚ ਦਰਜ ਨੇ, ਨਾਮ ਦੀ ਗੱਲ, ਨਾਮ ਦੀ ਸਰਲ ਬਾਣੀ ਔਰ ਨਾਮ ਦੀ ਗੱਲ ਗੁਰੂ ਪਾਤਸ਼ਾਹ ਨੇ ਕੀਤੀ। ਬਿਲਕੁਲ। ਜਿਵੇਂ ਇਹਨਾਂ ਨੂੰ ਟੇਕ ਲਿਆ, ਬਾਈਆਂ ਨੂੰ ਮੱਥਾ ਟੇਕ ਲਿਆ, ਤਸੱਲੀ ਨਹੀਂ ਹੋਈ। ਕਹਿੰਦੇ ਹੋਰ ਕੋਈ, ਕਹਿੰਦੇ ਉੱਥੇ ਭੋਰੇ 'ਚ ਬੈਠੇ ਹੋਣੇ ਤਾਂ ਰਹਿੰਦੇ ਨੇ, ਇੱਕ ਤਪਾ, ਕੋਈ ਤੇਗਾ ਕਹਿੰਦਾ, ਕੋਈ ਤਿਆਗ ਮੱਲ ਕਹਿੰਦਾ, ਕੋਈ ਉਹਨਾਂ ਨੂੰ। ਤੇ ਤੁਸੀਂ ਵੀ ਜਾ ਕੇ ਦਰਸ਼ਨ ਕਰ ਲਓ ਉਹਨਾਂ ਦੇ, ਦੇਖੋ ਤਪਸਵੀ ਨੇ, ਸਾਧੂ ਨੇ। ਚੱਲਦੇ ਚੱਲਦੇ ਗਏ ਜਿੱਥੇ ਬੈਠੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਅਰਦਾਸਾਂ ਕਰਦੇ ਨਾਲੇ ਤੁਰੇ ਜਾਂਦੇ ਨੇ, ਗੁਰੂ ਮਹਾਰਾਜ ਆਪ ਹੀ ਕਿਰਪਾ ਕਰਦੇ। ਸੱਚੇ ਪਾਤਸ਼ਾਹ ਸੱਚੇ ਦੀ ਭਾਲ ਵਿੱਚ ਨੇ, ਅਰਦਾਸ ਬੇਨਤੀ ਨਾਲ ਨਾਲ ਕਰਦੇ ਪਏ ਨੇ, ਗੁਰੂ ਮਹਾਰਾਜ ਤੂੰ ਹੀ ਕਿਰਪਾ ਕਰਨੀ। ਜਦੋਂ ਕਹਿੰਦੇ ਜਾ ਕੇ 2 ਮੋਹਰਾਂ ਮੱਥਾ ਟੇਕਿਆ ਤੇ ਗੁਰੂ ਪਾਤਸ਼ਾਹ ਮਹਾਰਾਜ ਨੇ ਕਿਹਾ, ਗੁਰਸਿੱਖਾ ਨਾਮ ਚਿੱਤੇ ਆਵੇ, ਪਰ ਸੁੱਖ ਦਾ ਕੁਝ ਹੋਰ ਹੈ, ਚੜਾਉਂਦਾ ਕੁਝ ਹੋਰ ਹੈ। ਗੁਰੂ ਮਹਾਰਾਜ ਨੇ ਨਾਲ ਬਚਨ ਕੀਤਾ, ਸਤਿਗੁਰੂ ਜੀ ਨੇ ਵੀ ਜਾਣ ਲਿਆ ਵੀ ਸਮਾਂ ਪ੍ਰਗਟ ਹੋਣ ਆਉਂਦਾ ਆ ਗਿਆ। ਕਹਿੰਦੇ ਨਾਮ ਚਿੱਤੇ ਆਵੇ। ਬਾਬਾ ਮੱਖਣ ਸ਼ਾਹ ਨੂੰ ਕਹਿਣ ਲੱਗੇ, ਮੱਖਣ ਸ਼ਾਹ ਨੇ ਜਦੋਂ ਬੋਲ ਸੁਣੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਮੁਖ ਤੋਂ ਉਚਾਰਨ ਕੀਤੇ ਹੋਏ, ਜਿਵੇਂ ਅੰਦਰ ਕੋਈ ਠੰਡ ਪੈ ਜਾਂਦੀ, ਸ਼ਾਂਤੀ ਵਰਤ ਜਾਂਦੀ, ਆਤਮਾ ਪ੍ਰਸੰਨ ਹੋ ਜਾਂਦੀ ਆ। ਤੇ ਬਾਬਾ ਮੱਖਣ ਸ਼ਾਹ ਦੇ ਕੋਲ ਰਿਹਾ ਨਾ ਗਿਆ। ਕਹਿੰਦੇ ਬਾਬਾ ਮੱਖਣ ਸ਼ਾਹ ਦੌੜ ਕੇ ਆਏ, ਬਾਹਰ ਨਿਕਲੇ, ਉੱਚੇ ਪੱਲਾ ਫੇਰੇ, ਭੁੱਲੀਏ ਸੰਗਤੇ ਸਤਿਗੁਰ ਲੱਧਾ, ਭੁੱਲੀਏ ਸੰਗਤੇ ਸਤਿਗੁਰ ਲੱਧਾ।
ਜਾ ਕੀ ਮਹਿਮਾ ਅਗਮ ਅਗਤ। ਇਹ ਭੁੱਲੀਏ ਹੋਈਏ ਸੰਗਤੇ ਮੈਂ ਗੁਰੂ ਲੱਭ ਲਿਆ ਜੇ, ਗੁਰੂ ਲੱਭ ਗਿਆ, ਮੈਨੂੰ ਗੁਰੂ ਲੱਭ ਗਿਆ, ਗੁਰੂ ਮਿਲ ਪਿਆ ਸੱਚਾ। ਤੁਸੀਂ ਭੁੱਲੇ ਭਟਕੇ ਕਿੱਧਰ ਤੁਰੇ ਫਿਰਦੇ ਹੋ ਡੰਬੀਆਂ ਡੇਰੇ। ਕਹਿੰਦੇ ਉਸੇ ਵੇਲੇ ਲੋਕ ਵਹੀਰਾ ਘੱਤ ਕੇ ਤੁਰੇ, ਧਨ ਦੌਲਤ ਦਾ ਅੰਬਾਰ ਲੱਗ ਗਿਆ, ਹਾਂਜੀ ਹਾਂਜੀ ਢੇਰ ਲੱਗ ਗਏ। ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦਾ ਧਿਆਨ ਹੀ ਨਹੀਂ ਮਾਇਆ ਵਾਲੇ ਪਾਸੇ। ਧੀਰ ਮਲ ਨੂੰ ਪਤਾ ਲੱਗਿਆ ਤੂੰ ਤੇ ਢੇਰ ਲੱਗ ਗਿਆ। ਆਪਾਂ ਤੇ 4.5 ਮਹੀਨੇ ਤੋਂ ਬੈਠੇ, ਇੰਨੀ ਨਹੀਂ ਚੜੀ। ਇੱਕ ਦਿਨ ਉਹਨੇ ਗੋਲੀ ਚਲਾਈ ਸੀ ਹਿਮਸੰਦ ਰਾਹੀਂ ਗੁਰੂ ਦੇ ਉੱਤੇ, ਤੇ ਨਹੀਂ ਗੁਰੂ ਪ੍ਰਗਟ ਨਾ ਹੋ ਜਾਵੇ, ਗੁਰੂ ਸਾਹਮਣੇ ਨਾ ਆ ਜਾਵੇ। ਇਹ ਤੇ ਸਾਡੀ ਸਾਰਾ ਕੁਝ ਦੁਕਾਨਦਾਰੀਆਂ ਖਤਮ ਹੋ ਜਾਣੀਆਂ। ਅੱਜ ਵੀ ਦੁਨੀਆ ਦੇ ਲੋਕ ਚਾਹੁੰਦੇ ਗੁਰੂ ਗ੍ਰੰਥ ਸਾਹਿਬ, ਕਿਤੇ ਸੱਚਮੁੱਚ ਹੀ ਦੁਨੀਆ ਨੂੰ ਇਹ ਪਤਾ ਨਾ ਲੱਗ ਜਾਵੇ ਕਿ ਸੱਚਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ। ਇਹ ਤੋਂ ਬਿਨਾਂ ਦੁਨੀਆ ਦੇ ਅੰਦਰ ਕੋਈ ਗੁਰੂ ਸੱਚਾ ਨਹੀਂ, ਇਹੀ ਸਭ ਤੋਂ ਮਹਾਨ। ਇਹ ਪਤਾ ਨਾ ਲੱਗ, ਅੱਜ ਵੀ ਜ਼ੋਰ ਲੱਗਿਆ, ਮਾਫ ਕਰਨਾ। ਸੋ ਮੈਂ ਅੱਜ ਕਿੰਨਾ ਕੁ ਮੈਂ ਰਹਿ ਗਿਆ, ਜੇ ਰਹਿ ਗਿਆ 1-10 ਸਕਿੰਟ ਤੇ ਮੈਂ ਇੱਕ ਗੱਲ ਕਹਿ ਕੇ ਸਮਾਪਤੀ ਕਰਾਂ। ਹਾਂਜੀ ਭਾਈ ਮੱਖਣ ਸ਼ਾਹ ਲਬਾਣੇ ਬਾਬਤ ਤੇ ਲੱਖੀ ਸ਼ਾਹ ਵਣਜਾਰੇ ਬਾਬਤ ਇੱਕ ਨਾ ਕਵੀ ਨੇ ਕੁਝ ਲੈਣਾ ਕਹੀਆਂ, ਉਹ ਕਹਿ ਕੇ ਮੈਂ ਸਮਾਪਤੀ ਕਰਨ ਲੱਗਾ। ਕਹਿੰਦੇ ਇੱਕ ਸ਼ਾਹ ਨੇ ਸ਼ਾਹਾਂ ਦੇ ਸ਼ਾਹ ਤਾਈਂ, ਇੱਕ ਸ਼ਾਹ ਨੇ ਸ਼ਾਹਾਂ ਦੇ ਸ਼ਾਹ ਤਾਈਂ, ਇੱਕ ਸ਼ਾਹ ਨੇ ਸ਼ਾਹਾਂ ਦੇ ਸ਼ਾਹ ਨੂੰ ਦੁਨੀਆ ਵਿੱਚ ਇੰਜ ਪ੍ਰਗਟਾਇਆ। ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਕੋਠੇ ਚੜ ਕੇ ਰੌਲਾ ਪਾਇਆ। ਇੱਕ ਸ਼ਾਹ ਨੇ ਸ਼ਾਹਾਂ ਦੇ ਸ਼ਾਹ ਦਾ ਧੜ ਦਿੱਲੀ ਦੇ ਵਿੱਚ ਲੁਕਾਇਆ। ਆਪਣੇ ਹੱਥੀਂ ਆਪਣੇ ਸਾਹਮਣੇ ਗੁਰੂ ਸਰੀਰ ਨੂੰ ਲਾਂਬੂ ਲਾਇਆ। ਇੱਕ ਸ਼ਾਹ ਨੇ ਗੁਰੂ ਨੂੰ ਪ੍ਰਗਟਾਇਆ, ਇੱਕ ਸ਼ਾਹ ਨੇ ਗੁਰੂ ਨੂੰ ਛੁਪਾਇਆ। ਉਹਨੇ ਆਪਣਾ ਫਰਜ਼ ਨਿਭਾਇਆ ਤੇ ਉਹਨੇ ਆਪਣਾ ਫਰਜ਼ ਨਿਭਾਇਆ। ਇਹ ਦੋ ਸ਼ਾਹ ਨੇ ਜਿਨ੍ਹਾਂ ਦੀ ਕਹਾਣੀ ਗੁਰੂ ਤੇਗ ਬਹਾਦਰ ਪਾਤਸ਼ਾਹ ਨਾਲ ਜੁੜੀ ਹੈ। ਸੋ ਧੰਨਵਾਦ ਤੁਹਾਡਾ। ਧੰਨਵਾਦ ਜੀ, ਬਹੁਤ ਬਹੁਤ ਮੇਰੇ ਵੀਰ ਭਾਈ ਗੁਰਿੰਦਰ ਸਿੰਘ ਦਾ। ਮੈਂ ਮਾਫੀ ਚਾਹਾਂਗਾ ਭਾਈ ਭਪਿੰਦਰ ਸਿੰਘ ਨੂੰ, ਥੋੜੀ ਨੈਟ ਦੀ ਪ੍ਰੋਬਲਮ ਕਰਕੇ ਥੋੜਾ ਹੋ ਗਿਆ, ਟਾਈਮ ਕੱਟ ਦਿੱਤਾ ਗਿਆ। ਗੁਰ ਕਿਰਪਾ ਕਿ ਨੈਕਸਟ ਟਾਈਮ ਬਹੁਤ ਵਧੀਆ ਹੋਏਗਾ। ਤੇ ਸੰਗਤਾਂ ਨੂੰ ਬੇਨਤੀ ਕਿ ਅੱਜ ਜੋ ਆਪਾਂ ਵਿਸ਼ੇ ਤੇ ਗੱਲ ਕੀਤੀ, ਬਾਬੇ ਬਕਾਲੇ ਦਾ ਜੋੜ ਮੇਲਾ ਕਿਉਂ ਲੱਗਦਾ, ਆਪਾਂ ਸਾਰੇ ਯਾਦ ਰੱਖੀਏ ਕਿ ਜੋ ਅਗਸਤ ਵਿੱਚ ਦਿਨ ਆਉਂਦਾ ਹੈ ਗੁਰੂ ਲਾਧੋਰੇ ਦਿਵਸਾਂ ਦਾ, ਆਪਾਂ ਹੁਮਾ ਕੇ ਪਹੁੰਚਿਆ ਕਰੀਏ। ਜਦੋਂ ਇੰਡੀਆ ਵੀ ਜਾਂਦੇ ਹਾਂ, ਸੰਗਤਾਂ ਨੂੰ ਬੇਨਤੀ ਹੈ ਜਿੱਥੇ ਦਰਬਾਰ ਸਾਹਿਬ, ਹਰਿਮੰਦਰ ਸਾਹਿਬ, ਸੱਚਖੰਡ ਦਰਬਾਰ ਸਾਹਿਬ ਜਾਂਦੇ ਆ, ਉੱਥੇ ਬਾਬੇ ਬਕਾਲੇ ਜ਼ਰੂਰ ਜਾਇਆ ਕਰੋ, ਜ਼ਰੂਰ ਜਾਇਆ ਕਰੋ। ਗੁਰੂ ਤੇਗ ਬਹਾਦਰ ਪਾਤਸ਼ਾਹ ਸੀਸ ਬਖਸ਼ੀਸ਼ ਲੈ ਕੇ ਆਇਆ ਕਰੋ। ਔਰ ਸੰਗਤ ਜੀ, ਮੈਂ ਖੁਸ਼ ਹੋ, ਤੁਹਾਨੂੰ ਖੁਸ਼ੀ ਦੱਸਦਾ ਜਾਵਾਂ ਕਿ ਥੋੜੇ ਦਿਨਾਂ ਤੱਕ ਸਹਿਜ ਪਾਠ ਵੀ ਆਰੰਭ ਹੋ ਜਾਣਾ ਤੇ ਭੋਗ ਆਪਾਂ ਉੱਥੇ ਜਾਣਾ, ਉੱਥੇ ਪਾਉਣਾ ਜਾ ਕੇ ਨਨਕਾਣਾ ਸਾਹਿਬ ਦੀ ਧਰਤੀ ਤੇ। ਜੋ 8 ਸਤੰਬਰ ਨੂੰ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਆ ਰਿਹਾ, ਇੱਥੋਂ ਜਥਾ ਜਾਣਾ 6 ਸਤੰਬਰ ਨੂੰ, 10 ਦਿਨ ਦਾ ਟੂਰ ਹੈ। ਸੰਗਤਾਂ ਨੂੰ ਬੇਨਤੀ ਕਿ ਜਿਨ੍ਹਾਂ ਦਾ ਮਨ ਮੰਨਦਾ ਹੈ, ਗੁਰੂ ਸਾਹਿਬ ਦੀ ਕਿਰਪਾ ਹੈ, ਉਹ ਆਪਾਂ ਨੂੰ ਜ਼ਰੂਰ ਆਪਣੀ ਇੱਕ ਵਾਰੀ ਜ਼ਿੰਦਗੀ ਵਿੱਚ ਜ਼ਰੂਰ ਆਪਾਂ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਹੈ ਉਹ ਜਗ੍ਹਾ ਤੇ ਵੇਖ ਕੇ ਆਈਏ। ਤੇ ਸਭ ਨੇ ਸੱਚਾ ਸੌਦਾ ਕੀਤਾ, ਜਿੱਥੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਨੇ ਡੇਰਾ ਸਾਹਿਬ ਆਪਣਾ ਸੀਰ ਤਿਆਗ ਕੀਤਾ, ਸੱਚਖੰਡ ਪਿਆਨਾ ਕੀਤਾ, ਜਿੱਥੇ ਕਰਤਾਰਪੁਰ ਦੀ ਧਰਤੀ ਤੇ 18 ਸਾਲ ਗੁਰੂ ਨਾਨਕ ਪਾਤਸ਼ਾਹ ਨੇ ਹਲ ਚਲਾਇਆ, ਉਹ ਜਗ੍ਹਾ ਤੇ ਵੇਖ ਕੇ ਆਈਏ। ਤੇ ਜ਼ਰੂਰ ਸਾਨੂੰ ਜਾਣਾ ਸੀ। ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ ਦਾ ਘਰ, ਸੋਢੀ ਸੁਲਤਾਨ ਦਾ ਲਾਹੌਰ ਵਿੱਚ ਘਰ ਦਰਸ਼ਨ ਕਰਕੇ ਆਈਏ। ਇਹ ਟੂਰ ਜਾ ਰਿਹਾ ਸਿੱਖ ਚੈਨਲ ਦੇ ਵੱਲੋਂ। 6 ਸਤੰਬਰ ਨੂੰ ਜਾਣਾ ਹੈ ਔਰ 16 ਸਤੰਬਰ ਨੂੰ ਵਾਪਸ ਆ। 10 ਦਿਨ ਦਾ ਟੂਰ ਹੈ। ਸਿੱਖ ਚੈਨਲ ਦੇ ਸਾਡੇ ਸਟੂਡੀਓ ਕਰਕੇ ਪੂਰੀ ਇਨਫੋਰਮੇਸ਼ਨ ਲਓ, ਆਪਣਾ ਨਾਂ ਲਿਖਾਓ ਔਰ ਆਪਣੀਆਂ ਟਿਕਟਾਂ ਉੱਥੋਂ ਲਵੋ। ਗੁਰੂ ਕਿਰਪਾ ਕਰੇ। ਬੋਲਦਿਆਂ ਬਹੁਤ ਕੁਛ ਵੱਧ ਘੱਟ ਬੋਲਿਆ ਜਾਂਦਾ ਹੈ। ਗੁਰੂ ਦਾ ਇਤਿਹਾਸ, ਗੁਰੂ ਦੀ ਬਾਣੀ, ਸਤਿਗੁਰੂ ਜਾਂਦਾ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਇੱਕ ਗੁਰੂ ਸਾਹਿਬ ਨਹੀਂ ਭੁੱਲਦੇ, ਇੱਕ ਪਰਮੇਸ਼ਰ ਨਹੀਂ ਭੁੱਲਦਾ। ਅਸੀਂ ਹਮੇਸ਼ਾ ਭੁੱਲਣ ਆ ਰਹੇ ਹਾਂ। ਸਤਿਗੁਰੂ ਸਾਡੇ ਤੇ ਕਿਰਪਾ ਕਰੇ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।